ਫੇਰ ਵਸਾਇਆ ਫੇਰਵਾਨ ਸਤਿਗੁਰ ਖਡੂਰ। ਸ਼੍ਰੀ ਖਡੂਰ ਸਾਹਿਬ ਦਾ ਪਾਵਨ ਪਿੱਤਰ ਇਤਿਹਾਸ ਹੈ। ਗੁਰੂ ਅੰਗਦ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਇਸ ਧਰਤੀ ਤੇ ਵਰਤੀ ਤੇ ਇਸ ਧਰਤੀ ਨੂੰ ਬਹੁਤ ਵੱਡਾ ਮਾਣ ਪ੍ਰਾਪਤ ਹੋਇਆ। ਅੱਜ ਆਪਾਂ ਇਸ ਪਵਿੱਤਰ ਇਤਿਹਾਸ ਦੇ ਨਾਲ ਜੁੜਨਾ ਕਰਨ ਜਾ ਰਹੇ ਹਾਂ। ਸਾਡੇ ਨਾਲ ਗਿਆਨੀ ਵਿਕਰਮਜੀਤ ਸਿੰਘ ਜੀ ਜੁੜ ਚੁੱਕੇ ਨੇ ਨਿਸ਼ਾਨੇ ਸਿੱਖੀ ਖਡੂਰ ਸਾਹਿਬ ਤੋਂ। ਉਹਨਾਂ ਪਾਸੋਂ ਅਸੀਂ ਇਸ ਪਵਿੱਤਰ ਧਰਤੀ ਦਾ ਇਤਿਹਾਸ ਸਰਵਣ ਕਰਾਂਗੇ। ਸਭ ਤੋਂ ਪਹਿਲਾਂ ਤਾਂ ਪੈਸਾ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅਸੀਂ ਚਾਹਾਂਗੇ ਕਿ ਇਸ ਪਵਿੱਤਰ ਧਰਤੀ ਦਾ ਇਤਿਹਾਸ ਜੋ ਹੈ ਆਪ ਜੀ ਸਾਡੇ ਨਾਲ ਸਾਂਝਾ ਕਰੋ ਜੀ। ਖਡੂਰ ਸਾਹਿਬ 8 ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਹੈ। ਇਸ ਖਡੂਰ ਸਾਹਿਬ ਦੀ ਧਰਤੀ ਤੇ ਕੁਦਰਤੀ ਨੂਰ ਵਰਤਦਾ ਹੈ ਜੀ। ਉਹ ਕੁਦਰਤੀ ਨੂਰ ਜਿਸ ਨੂਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਅਲਾਹੀ ਦਾਤਾਂ, ਸ਼੍ਰੀ ਗੁਰੂ ਅੰਗਦ ਦੇਵ ਜੀ ਦੀਆਂ ਦਾਤਾਂ ਇਸ ਧਰਤੀ ਤੇ ਵਰਤਦੀਆਂ। ਸਾਰਾ ਇਸ ਧਰਤੀ ਤੇ ਕੀਤੇ ਗਏ ਕਾਰਜ ਸੰਸਾਰ ਦੇ ਵਿੱਚ ਵੱਖਰੀ ਪਛਾਣ ਰੱਖਦੇ ਨੇ ਜੀ। ਖਡੂਰ ਸਾਹਿਬ ਦੀ ਧਰਤੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਆਪਣੇ ਵਿੱਚ ਸਮੋਈ ਬੈਠੀ ਹੈ। ਸਿੱਖ ਧਰਮ ਦੇ ਵਿੱਚ ਸਾਡੇ ਪਾਸ ਪਹਿਲਾ ਜੋ ਕੇਂਦਰ ਹੈ ਜਿਸ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਥਾਪਿਤ ਕਰਦੇ ਨੇ, ਉਹ ਕਰਤਾਰਪੁਰ ਸਾਹਿਬ ਹੈ ਪਹਿਲਾ ਕੇਂਦਰ। ਅਤੇ ਉਸ ਤੋਂ ਜੇਕਰ ਸਾਨੂੰ ਕੋਈ ਕੇਂਦਰ ਪ੍ਰਾਪਤ ਹੋਇਆ, ਸਾਡੇ ਪਾਸ ਦੂਸਰਾ ਧੁਰਾ, ਉਹ ਧੁਰਾ ਸ਼੍ਰੀ ਖਡੂਰ ਸਾਹਿਬ ਦੀ ਧਰਤੀ। ਸ਼੍ਰੀ ਖਡੂਰ ਸਾਹਿਬ ਦੀ ਧਰਤੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਪਾਈਆਂ ਗਈਆਂ ਨੀਹਾਂ, ਜਿਹੜੀਆਂ ਉਹਨਾਂ ਨੇ ਸਾਨੂੰ ਰਾਹ ਦਿੱਤੇ, ਉਹਨਾਂ ਰਾਹਾਂ ਨੂੰ ਸੰਸਥਾਗਤ ਸਥਾਪਿਤ ਕਰਨ ਦੇ ਕਾਰਜ ਕੀਤੇ ਗਏ। ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਆਪ ਖਡੂਰ ਸਾਹਿਬ ਦੀ ਧਰਤੀ ਤੇ ਕਰਦੇ ਜੀ। ਉਹਨਾਂ ਦਾ ਖਡੂਰ ਸਾਹਿਬ ਦੀ ਧਰਤੀ ਤੇ ਆਉਣਾ ਅਤੇ ਇਸ ਧਰਤੀ ਤੋਂ ਸਿੱਖੀ ਦੇ ਕਾਰਜਾਂ ਨੂੰ ਆਰੰਭ ਕਰਨਾ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਐਸਾ ਕਿ ਇੱਥੇ ਵਾਪਰੀ ਹਰ ਘਟਨਾ ਆਪਣਾ ਇੱਕ ਨਿਵੇਕਲਾ ਪਹਿਲੂ ਰੱਖਣ ਦੇ ਨਾਲ ਨਾਲ ਆਪਣੀ ਵਿਸ਼ੇਸ਼ ਇੱਕ ਮਹੱਤਤਾ ਅਤੇ ਉਸ ਦੀ ਜੋ ਨਿਰੰਤਰਤਾ ਸਾਨੂੰ ਅੱਜ ਹੁੰਦੀ ਹੈ, ਉਹ ਸਾਨੂੰ ਇਸ ਧਰਤੀ ਤੇ ਵੇਖਣ ਨੂੰ ਮਿਲਦੀ ਹੈ ਜੀ। ਬਿਲਕੁਲ। ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨਦਿਆਂ ਖਡੂਰ ਸਾਹਿਬ ਦੀ ਧਰਤੀ ਤੇ ਆ ਗਏ। ਲਗਭਗ 13 ਸਾਲ ਦਾ ਸਮਾਂ ਜੋ ਗੁਰੂ ਅੰਗਦ ਦੇਵ ਜੀ ਨੇ ਆਪਣੀ ਗੁਰਿਆਈ ਦੇ ਦੌਰਾਨ ਇਸ ਧਰਤੀ ਤੇ ਬਤੀਤ ਕੀਤਾ। ਗੁਰੂ ਅੰਗਦ ਦੇਵ ਜੀ ਆਪਣੀ ਜੀਵਨ ਕਾਲ ਦੇ ਦੌਰਾਨ 7 ਸਾਲ ਦੀ ਕਠਿਨ ਘਾਲਣਾ ਜੋ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਚੱਲਦੇ ਨੇ, ਪਰ ਉਸ ਘਾਲਣਾ ਤੋਂ ਜੋ ਬਖਸ਼ਿਸ਼ ਹਾਸਲ ਹੋਈ, ਗੁਰੂ ਨਾਨਕ ਦੇ ਘਰ ਦੀ ਅਲਾਹੀ ਦਾਤ, ਗੁਰਿਆਈ ਪ੍ਰਾਪਤ ਕਰਨ ਤੋਂ ਬਾਅਦ ਜੋ 13 ਸਾਲ ਉਹਨਾਂ ਨੇ ਸਿੱਖੀ ਦੇ ਉਸਾਰੀ ਕੀਤੀ ਤੇ ਸਿੱਖੀ ਦੇ ਮਹਿਲ ਨੂੰ ਵੱਖ-ਵੱਖ ਪੱਖਾਂ ਤੋਂ ਮਜ਼ਬੂਤ ਬਣਾਉਂਦਿਆਂ, ਘਾੜਤ ਘੜਦਿਆਂ ਇੱਕ ਸਿੱਖ ਦੀ ਇਹ ਧਰਤੀ ਤੇ ਕਾਰਜ ਕੀਤੇ ਗਏ। ਇਸ ਤਰੀਕੇ ਦੇ ਨਾਲ ਖਡੂਰ ਸਾਹਿਬ ਦੀ ਧਰਤੀ ਕੇਂਦਰ ਸਥਾਪਿਤ ਹੋਣ ਦੇ ਨਾਲ ਨਾਲ ਸਿੱਖੀ ਪਰੰਪਰਾ, ਸਿੱਖੀ ਰਵਾਇਤਾਂ, ਸਿੱਖ ਸੰਸਥਾਵਾਂ ਅਤੇ ਸਿੱਖੀ ਵਿਚਾਰਧਾਰਾ ਦੀ ਕੇਂਦਰ ਇਹ ਧਰਤੀ ਸਾਨੂੰ ਖਡੂਰ ਸਾਹਿਬ ਦੀ ਜੋ ਪ੍ਰਾਪਤ ਹੁੰਦੀ ਹੈ ਜੀ। ਅਸੀਂ
ਇਸ ਦੇ ਸਾਰੇ ਪੱਖਾਂ ਤੇ ਵਿਚਾਰ ਅੱਗੇ ਅੱਗੇ ਕਰਦੇ ਜਾਵਾਂਗੇ। ਸੋ ਧਿਆਨ ਦਈਏ ਸਭ ਤੋਂ ਪਹਿਲਾਂ ਕਿ ਗੁਰੂ ਸਾਹਿਬ ਜਦ ਖਡੂਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਤੇ ਖਡੂਰ ਸਾਹਿਬ ਦੀ ਧਰਤੀ ਤੇ ਆਉਣ ਤੋਂ ਬਾਅਦ ਉਹਨਾਂ ਦਾ ਜੋ ਪਹਿਲਾ ਟਿਕਾਣਾ ਹੁੰਦਾ ਹੈ ਉਹ ਮਾਤਾ ਸਭਰਾਈ ਦਾ ਘਰ ਹੈ ਜੀ। ਰਿਸ਼ਤੇ ਦੇ ਵਿੱਚ ਉਹ ਗੁਰੂ ਅੰਗਦ ਦੇਵ ਜੀ ਦੇ ਭੂਆ ਲੱਗਦੇ ਨੇ ਧਰਮ ਦੀ, ਕਿਉਂਕਿ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਸਤਿਕਾਰਯੋਗ ਪਿਤਾ ਫੇਰੂਮੱਲ ਜੀ ਨੂੰ ਆਪਣੇ ਧਰਮ ਦੇ ਭਰਾ ਬਣਾਇਆ ਹੋਇਆ। ਬਿਲਕੁਲ ਧਰਮ ਦੇ ਭਰਾ ਪਿਤਾ ਫੇਰੂਮੱਲ ਜੀ, ਉਹਨਾਂ ਨੂੰ ਅੱਛਾ ਪਿਆਰ ਹੈ ਤੇ ਉਹੀ ਪਿਆਰ ਅੱਗੇ ਗੁਰੂ ਅੰਗਦ ਦੇਵ ਜੀ ਦੇ ਨਾਲ ਵੀ ਉਹਨਾਂ ਦਾ ਉਵੇਂ ਹੀ ਹੈ। ਬਿਲਕੁਲ। ਇੱਥੇ ਇੱਕ ਗੱਲ ਇਹ ਵੀ ਸਾਡੇ ਸਾਹਮਣੇ ਸੰਗਤ ਜੀ ਇੱਥੇ ਆਉਂਦੀ ਹੈ ਕਿ ਉਸ ਵਕਤ ਵੀ ਇਹ ਜਿਹੜੀ ਪਰੰਪਰਾ ਸੀ ਸਾਡੀ ਧਰਮ ਦਾ ਭਰਾ ਬਣਾਉਣਾ ਜਾਂ ਧਰਮ ਦੀ ਭੈਣ ਬਣਾਉਣਾ, ਜਾਂ ਦੋ ਭਰਾ ਵੀ ਆਪਸ 'ਚ ਧਰਮ ਦੇ ਭਰਾ ਬਣ ਜਾਂਦੇ ਸੀ। ਸੋ ਇਸ ਢੰਗ ਦੇ ਨਾਲ ਇਹ ਸਾਡੀ ਇੱਕ ਬੜੀ, ਮੈਂ ਸਮਝਦਾ ਕਿ ਮਾਣਮੱਤੀ ਰਵਾਇਤ ਰਹੀ ਆ। ਇਤਿਹਾਸ ਦੇ ਵਿੱਚ ਇਸ ਦਾ ਹੋਰ ਵੀ ਕਈ ਜਗ੍ਹਾ ਦੇ ਉੱਤੇ ਬੜਾ ਵਧੀਆ ਸਾਡੇ ਸਾਹਮਣੇ ਇਤਿਹਾਸਿਕ ਪੱਖ ਸਾਹਮਣੇ ਆਉਂਦਾ ਹੈ। ਸੋ ਵੇਖੋ, ਇਹ ਧਰਮ ਦੇ ਭੂਆ ਜੀ ਨੇ ਉਹਨਾਂ ਦੇ ਗੁਰੂ ਅੰਗਦ ਸਾਹਿਬ ਜੀ ਦੇ, ਜਿਨ੍ਹਾਂ ਦੇ ਕੋਲ ਪਾਤਸ਼ਾਹ ਪਹੁੰਚਦੇ ਨੇ ਜੀ। ਇਹ ਸਾਨੂੰ ਇਹ ਗੱਲ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਕਿ ਆਪਣੇ ਰਿਸ਼ਤੇ ਨਾਤਿਆਂ ਦੇ ਵਿੱਚ ਪਕਿਆਈ ਤੇ ਉਹਨਾਂ ਦੀ ਪਾਕ ਤੇ ਪਵਿੱਤਰਤਾ ਜਿਸ ਤਰੀਕੇ ਦੇ ਨਾਲ ਸਾਨੂੰ ਇੱਥੇ ਵੇਖਣ ਨੂੰ ਮਿਲ ਰਹੀ ਹੈ, ਇਹ ਇੱਕ ਮਿਸਾਲ ਹੈ, ਇਹ ਪ੍ਰੇਰਨਾ ਹੈ ਸਾਡੇ ਅੱਜ ਦੇ ਸਮਾਜ ਦੇ ਲਈ ਵੀ ਕਿ ਰਿਸ਼ਤਿਆਂ ਨੂੰ ਨਿਭਾਉਣ ਦੇ ਲਈ ਕਿਵੇਂ ਜੀਵਨ ਦੇ ਵਿੱਚ ਵਿਚਰਿਆ ਜਾਂਦਾ ਹੈ, ਕਿਵੇਂ ਦੇ ਸੰਬੰਧ ਇੱਕ ਦੂਸਰੇ ਨਾਲ ਰੱਖੇ ਜਾਂਦੇ ਨੇ। ਉਹ ਸੰਬੰਧ ਸਾਨੂੰ ਵੇਖਣ ਨੂੰ ਮਿਲ ਰਹੇ ਨੇ ਕਿ ਧਰਮ ਦੇ ਭੂਆ ਜੀ ਨੇ, ਪਰ ਪਿਆਰ ਉਹਨਾਂ ਦੇ ਹਿਰਦੇ ਦੇ ਵਿੱਚ ਇੱਕ ਦੂਜੇ ਪ੍ਰਤੀ ਭਾਵਨਾ ਜਾਂ ਸਤਿਕਾਰ ਉਹਨਾਂ ਦਾ ਬਹੁਤ ਜ਼ਿਆਦਾ ਹੈ। ਤੇ ਗੁਰੂ ਅੰਗਦ ਦੇਵ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਬਾਅਦ ਮਾਤਾ ਸਭਰਾਈ ਜੀ ਦੇ ਵਿੱਚ ਆ ਕੇ ਵਾਸਾ ਜਿਹੜਾ ਉਹ ਕਰਦੇ ਨੇ। ਤੇ ਗੁਰੂ ਜੀ ਨੇ ਮਾਤਾ ਸਭਰਾਈ ਜੀ ਨੂੰ ਬੇਨਤੀ ਕਰ ਦਿੱਤੀ ਸੀ ਕਿ ਕੋਈ ਵੀ ਉਹਨਾਂ ਨੂੰ ਆ ਕੇ ਕਿਸੇ ਪ੍ਰਕਾਰ ਦਾ ਮੇਲ ਮਿਲਾਪ ਨਾ ਕਰੇ ਤੇ ਉਹਨਾਂ ਬਾਰੇ ਬਿਲਕੁਲ ਨਾ ਦੱਸਿਆ ਜਾਵੇ। ਖਡੂਰ ਸਾਹਿਬ ਦੀ ਧਰਤੀ ਤੇ ਹੋ ਰਿਹਾ ਜੀ ਜੀ। ਤੇ ਉਧਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾ ਗਏ ਨੇ ਤੇ ਸੰਗਤ ਨੂੰ ਆਪਣੀ ਰੂਹ ਦੀ ਤ੍ਰਿਪਤੀ ਦੇ ਵਾਸਤੇ ਉਹਨਾਂ ਦੇ ਅੰਦਰ ਚਾਹ ਹੈ ਕਿ ਆਪਣੇ ਗੁਰੂ ਦੇ ਦਰਸ਼ਨ ਕਰਨੇ ਨੇ, ਆਪਣੇ ਗੁਰੂ ਦਾ ਵਾਰਸ ਜਿਹਦੇ ਅੰਦਰ ਗੁਰੂ ਨਾਨਕ ਦੀ ਜੋਤ ਦਾ ਵਾਸਾ ਹੈ, ਸੰਤਾਂਗ ਵੀ ਹੈ, ਪਰ ਗੁਰੂ ਪਾਤਸ਼ਾਹ ਜੀ ਅਜੇ ਕਹਿੰਦੇ ਦਰਸ਼ਨ ਨਹੀਂ ਦੇ ਰਹੇ। ਤੇ ਫਿਰ ਬਹੁਤ ਵੱਡੀ ਦੇਣ ਜੋ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ, ਉਹਨਾਂ ਦੇ ਨਾਲ ਕੁਝ ਸਿੱਖ ਵੀ ਨੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਹਾਜ਼ਰ ਰਹੇ। ਉਹ ਸਾਰੇ ਸਿੱਖ ਆ ਕੇ ਗੁਰੂ ਸਾਹਿਬ ਜੀ ਪਾਸ ਆ ਕੇ ਬੇਨਤੀ ਕਰਦੇ ਨੇ ਤੇ ਫਿਰ ਇਹ ਗੁਰੂ ਜੋਤ ਦਾ ਚਾਨਣ ਮਨਾਰਾ ਖਡੂਰ ਸਾਹਿਬ ਦੀ ਧਰਤੀ ਜੋ ਇੱਕ ਕੇਂਦਰ ਵਜੋਂ ਸਥਾਪਿਤ ਹੋ ਕੇ ਇਹ ਆਪਣੀ ਭੂਮਿਕਾ ਨਿਭਾਉਣ ਲੱਗਦੀ ਹੈ। ਸਾਰੀਆਂ ਸੰਗਤਾਂ ਫਿਰ ਇੱਥੇ ਵਹੀਰਾਂ ਕੱਟਦੀਆਂ ਨੇ ਦੂਰੋਂ ਨੇੜਿਓਂ, ਜਿਸ ਨੂੰ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦਾ ਵਾਰਸ ਗੁਰੂ ਅੰਗਦ ਸਾਹਿਬ ਹੋਇਆ ਤੇ ਉਹ ਖਡੂਰ ਸਾਹਿਬ ਦੀ ਧਰਤੀ ਤੇ ਆਉਣ ਜਿਹੜਾ ਉਹ ਲੱਗਦੇ। ਇਸ ਤਰੀਕੇ ਦੇ ਨਾਲ ਖਡੂਰ ਸਾਹਿਬ ਦੀ ਧਰਤੀ ਆਪਣੇ ਆਪ ਨੂੰ ਸਥਾਪਿਤ ਕਰਨਾ ਆਰੰਭ ਕਰਦੀ ਹੈ। ਪਹਿਲਾ ਕਾਰਜ ਕਿ ਗੁਰੂ ਜੋਤ ਜਦ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚੀ ਹੈ, ਖਡੂਰ ਸਾਹਿਬ ਦੀ ਧਰਤੀ ਨੂੰ ਵਡਿਆਈ ਗੁਰੂ ਦੀ ਜੋਤ, ਉਹ ਗੁਰੂ ਦੀ ਜੋਤ ਜਿਹੜੀ ਗੁਰੂ ਦੀ ਜੋਤ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣੇ ਦੇ ਵਿੱਚ ਟਿਕਾ ਕੇ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾਇਆ ਜੀ। ਬਿਲਕੁਲ ਸੰਗਤ ਜੀ, ਇੱਥੇ ਐਸੇ ਵੀ ਸਾਡੇ ਸਾਹਮਣੇ ਇਤਿਹਾਸ ਦੇ ਪੱਖ ਆਉਂਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਪਹਿਲਾਂ ਉਦਾਸੀਆਂ ਦੇ ਸਮੇਂ ਵੀ ਇਸ ਸਥਾਨ ਨੂੰ ਨਿਵਾਜ ਕੇ ਗਏ ਸਨ ਤੇ ਇਹ ਬਚਨ ਵੀ ਕੀਤਾ ਸੀ ਕਿ ਅਸੀਂ ਤੁਹਾਡੇ ਗ੍ਰਹਿ ਵਿਖੇ ਲੰਬਾ ਅਰਸਾ ਆ ਕੇ ਬਸਰ ਕਰਾਂਗੇ। ਖਡੂਰ ਸਾਹਿਬ ਦੀ ਧਰਤੀ ਤੇ ਜੀ 5 ਵਾਰ ਗੁਰੂ ਨਾਨਕ ਦੇਵ ਜੀ ਆਏ ਜੀ। ਖਡੂਰ ਸਾਹਿਬ ਦੀ ਧਰਤੀ ਤੇ ਉਹ ਪਹਿਲਾਂ ਮਾਤਾ ਸਭਰਾਈ ਜੀ ਨੂੰ ਮਿਲ ਚੁੱਕੇ ਨੇ। ਮਾਤਾ ਸਭਰਾਈ ਜੀ ਗੁਰੂ ਨਾਨਕ ਦੇ ਸਿੱਖ ਨੇ ਜੀ। ਉਹ ਵੀ ਪ੍ਰੇਮ ਹੈ ਗੁਰੂ ਨਾਨਕ ਪਾਤਸ਼ਾਹ ਦਾ। ਹਰ ਸਿੱਖ ਇੱਕ ਸਿੱਖ ਹੋਣ ਦੇ ਨਾਤੇ ਹਰ ਸਿੱਖ ਦੇ ਨਾਲ ਆਪਣੇ ਇੱਕ ਸੰਬੰਧ ਰੱਖਦਾ। ਉਹਨਾਂ ਦਾ ਆਪਸੀ ਜੋ ਭਰਾਤਰੀ ਭਾਵ ਹੈ, ਉਹਨਾਂ ਦਾ ਇੱਕ ਭਾਈਚਾਰਾ ਹੈ, ਉਹ ਇਸੇ ਤਰੀਕੇ ਦੇ ਨਾਲ ਮਜ਼ਬੂਤ ਹੁੰਦਾ ਹੈ ਜੀ। ਗੁਰੂ ਨਾਨਕ ਪਾਤਸ਼ਾਹ ਜਿਸ ਧਰਤੀ ਤੇ ਗਏ ਉੱਥੇ ਸੰਗਤ ਕਾਇਮ ਕੀਤੀ ਹੈ ਉਹਨਾਂ ਨੇ ਤੇ ਉਹ ਸੰਗਤ ਆਪਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਕਮ ਦੇ ਨਾਤੇ ਇੱਕ ਦੂਜੇ ਨਾਲ ਜੁੜਦੀ ਹੈ ਜੀ। ਉਹਨਾਂ ਦੇ ਵਿੱਚ ਇੱਕ ਸੰਬੰਧ ਹੈ, ਇੱਕ ਮੇਲ ਹੈ।
ਤੇ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਪਹਿਲੋਂ ਆਏ ਨੇ, ਫਿਰ ਗੁਰੂ ਅੰਗਦ ਦੇਵ ਜੀ ਆਏ ਨੇ। ਇਸ ਤਰੀਕੇ ਦੇ ਨਾਲ 5 ਵਾਰ ਗੁਰੂ ਨਾਨਕ ਦੇਵ ਜੀ ਇੱਥੇ ਆ ਚੁੱਕੇ ਨੇ। ਗੁਰੂ ਅੰਗਦ ਦੇਵ ਜੀ ਨੇ ਗੁਰੂ ਜੋਤ ਦੇ ਦੁਆਰਾ ਇਸ ਧਰਤੀ ਤੇ ਜੋ ਕਾਰਜ ਆਰੰਭ ਕੀਤੇ, ਉਹਨਾਂ ਦੇ ਵਿੱਚ ਮੁੱਢਲਾ ਕਾਰਜ ਜੋ ਗੁਰੂ ਅੰਗਦ ਦੇਵ ਜੀ ਨੇ ਇਸ ਧਰਤੀ ਤੇ ਕੀਤਾ, ਉਹ ਕਾਰਜ ਸੀ ਸੰਗਤ ਅਤੇ ਪੰਗਤ ਦੀ ਜੋ ਸਾਡੀ ਸੰਸਥਾ ਹੈ, ਉਹਨੂੰ ਵਿਧੀਵਤ ਰੂਪ ਦੇ ਵਿੱਚ ਇੱਥੇ ਸਥਾਪਿਤ ਕਰਨਾ ਜੀ। ਸੰਗਤ ਦੀ ਸੰਸਥਾ ਇਸ ਤਰੀਕੇ ਨਾਲ ਸਥਾਪਿਤ ਹੋਈ ਕਿ ਗੁਰਬਾਣੀ ਦੇ ਵਿੱਚ ਦੀਵਾਰ ਦੇ ਵਿੱਚ ਮਿਲਦਾ ਹੈ ਕਿ ਇੱਥੇ ਕੁਦਰਤੀ ਨੂਰ ਲੱਗਦਾ ਹੈ। ਉਹ ਕੁਦਰਤੀ ਨੂਰ ਜਿਸ ਦੇ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਸ਼ਬਦ ਦਾ ਲੰਗਰ ਵਰਤਾਉਂਦੇ ਨੇ, ਤੇ ਦੂਸਰੇ ਬੰਨੇ ਜੋ ਪੰਗਤ ਦੀ ਸੰਸਥਾ ਹੈ, ਗੁਰੂ ਸਾਹਿਬ ਜੀ ਨੇ ਉਹਦੀ ਜ਼ਿੰਮੇਵਾਰੀ ਮਾਤਾ ਖੀਵੀ ਜੀ ਨੂੰ ਲਾ ਦਿੱਤੀ। ਸਤਿਕਾਰਯੋਗ ਮਾਤਾ ਖੀਵੀ ਜੀ ਨੇ ਅਜਿਹੀ ਸੇਵਾ ਨਿਭਾਈ। ਗੁਰੂ ਅਸ਼ਟਗੁਰੂ ਚਮਤਕਾਰ ਦੇ ਵਿੱਚ ਭਾਈ ਵੀਰ ਸਿੰਘ ਲਿਖਦੇ ਨੇ ਕਿ ਗੁਰੂ ਅੰਗਦ ਦੇਵ ਜੀ ਕਹਿ ਰਹੇ ਨੇ ਮਾਤਾ ਜੀ ਨੂੰ ਕਿ ਮੈਨੂੰ ਅਨੰਤ ਪਾਤਸ਼ਾਹ ਨੇ ਸ਼ਬਦ ਦਾ ਲੰਗਰ ਦਿੱਤਾ ਹੈ ਤੇ ਮੈਂ ਉਹ ਵਰਤਾ ਰਿਹਾ, ਤੇ ਤੈਨੂੰ ਅੱਜ ਮੈਂ ਪੰਗਤ ਦਾ ਜੋ ਕੜਛਾ ਦਿੰਦਾ, ਇਹ ਪੰਗਤ ਦੀ ਸੇਵਾ ਤੂੰ ਨਿਭਾਉਣੀ ਹੈ। ਤੇ ਮਾਤਾ ਖੀਵੀ ਜੀ ਨੇ ਇਸ ਧਰਤੀ ਤੇ ਪੰਗਤ ਦੀ ਸੰਸਥਾ ਨੂੰ ਸਥਾਪਿਤ ਕਰਨ ਦੇ ਬਹੁਤ ਵੱਡਾ ਯੋਗਦਾਨ ਪਾਇਆ। ਐਸਾ ਯੋਗਦਾਨ ਪੰਗਤਾਂ ਲੱਗੀਆਂ ਸਾਰੇ ਇੱਕੋ ਕਤਾਰ ਦੇ ਵਿੱਚ ਰੱਖਦੇ ਨੇ, ਮਾਤਾ ਖੀਵੀ ਜੀ ਆਪ ਤਿਆਰ ਕਰਦੇ ਨੇ। ਤੇ ਇਸ ਤੋਂ ਇਲਾਵਾ ਇਸ ਧਰਤੀ ਤੇ ਜੋ ਵਡਿਆਈ ਦਿੱਤੀ ਗਈ, ਮਾਤਾ ਖੀਵੀ ਜੀ ਨੇ ਆਪ ਦੇਸੀ ਘਿਓ ਤਿਆਰ ਕਰਕੇ ਲੰਗਰ ਦੇ ਵਿੱਚ ਵਰਤਾਈ ਜੀ। ਤੇ ਮਾਤਾ ਖੀਵੀ ਜੀ ਦੀ ਐਸੀ ਵਡਿਆਈ ਗੁਰਬਾਣੀ ਦੇ ਵਿੱਚ ਮਾਤਾ ਖੀਵੀ ਜੀ ਦਾ ਨਾਮ ਅੰਕਿਤ ਮਿਲਦਾ ਹੈ। ਬਿਲਕੁਲ, ਮੈਂ ਸਮਝਦਾ ਕਿ ਇਹ ਬੜੀ ਵੱਡੀ ਵਡਿਆਈ ਆ ਕਿ ਮਾਤਾ ਖੀਵੀ ਜੀ ਨੂੰ ਜੋ ਸਥਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੈ। ਤੇ ਇਹ ਜੇ ਸਾਡੀ ਜਿਹੜੀ ਪਰੰਪਰਾ, ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਕੇ ਆਰੰਭ ਕੀਤੀ ਸੀ, ਜਿਹੜੀ ਕਿ ਅੱਜ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਦੀ ਇੱਕ ਪਹਿਚਾਣ ਬਣ ਚੁੱਕੀ ਹੈ। ਵਿਸ਼ੇਸ਼ ਰੂਪ ਵਿੱਚ ਦੇਖੀਏ, ਵੈਸੇ ਤਾਂ ਪਿਛਲੇ ਲੰਬੇ ਅਰਸੇ ਤੋਂ ਇਸ ਗੱਲ ਦੀ ਪਹਿਚਾਣ ਬਣੀ ਹੋਈ ਸੀ, ਪਰ ਆ ਜਦੋਂ ਦੀ ਇਹ ਮਹਾਂਮਾਰੀ ਦਾ ਪ੍ਰਕੋਪ ਵਧਿਆ ਤੇ ਸਿੱਖਾਂ ਨੇ ਜੋ ਦੁਨੀਆ ਭਰ ਦੇ ਵਿੱਚ ਸੇਵਾ ਕੀਤੀ ਹੈ ਮਨੁੱਖਤਾ ਦੀ ਆਪਣੀ ਲੰਗਰ ਦੇ ਜ਼ਰੀਏ, ਮੈਂ ਸਮਝਦਾ ਕਿ ਇੱਕ ਬੜੀ ਵੱਡੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ। ਤੇ ਵੱਡੀ ਗੱਲ ਇਹ ਆ ਕਿ ਦੁਨੀਆ ਨੇ ਇਸ ਚੀਜ਼ ਨੂੰ ਬੜਾ ਮਾਣ ਦਿੱਤਾ ਹੈ। ਲਗਭਗ ਸਾਰੇ ਹੀ ਮੁਲਕਾਂ ਦੇ ਜਿਹੜੇ ਉੱਥੋਂ ਦੇ ਮੁਖੀ ਨੇ ਜਾਂ ਉੱਥੋਂ ਦੇ ਮੰਤਰੀ ਨੇ, ਉਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਇਸ ਚੀਜ਼ ਦਾ ਰਿਕਾਰਡ ਕੀਤਾ ਕਿ ਭੁੱਖਿਆਂ ਨੂੰ, ਲੋੜਵੰਦਾਂ ਤੱਕ ਭੋਜਨ ਪਹੁੰਚਾਉਣਾ, ਇਹ ਗੁਰੂ ਕੇ ਸਿੱਖਾਂ ਤੋਂ ਕੁਝ ਸਿੱਖੇ। ਸੋ ਇਸ ਢੰਗ ਦੇ ਨਾਲ ਮੈਂ ਸਮਝਦਾ ਕਿ ਇਹ ਜਿਹੜੀ ਪਰੰਪਰਾ ਕਰਤਾਰਪੁਰ ਸਾਹਿਬ ਵਿਖੇ ਵੀ ਗੁਰੂ ਸਾਹਿਬ ਜੀ ਨੇ ਸਥਾਪਿਤ ਕੀਤੀ ਹੋਈ ਸੀ, ਪਰ ਇੱਥੇ ਆ ਕੇ ਤਾਂ ਵਿਸ਼ੇਸ਼ ਰੂਪ ਦੇ ਵਿੱਚ, ਕਿਉਂਕਿ ਇਸ ਚੀਜ਼ ਦਾ ਜ਼ਿਕਰ ਹੀ ਗੁਰੂ ਕੀ ਬਾਣੀ ਦੇ ਵਿੱਚ ਦਰਜ ਹੈ, ਤੇ ਨਾਲ ਅੰਮ੍ਰਿਤ ਖੀਰ ਘਿਆਲੀ ਦੀ ਜਦ ਗੱਲ ਚੱਲਦੀ ਹੈ ਤੇ ਇੱਥੋਂ ਆਪ ਹੀ ਪ੍ਰਤੱਖ ਹੁੰਦਾ ਕਿ ਲੰਗਰ ਦੀ ਪਰੰਪਰਾ ਕਿੱਡੇ ਵੱਡੇ ਪੱਧਰ ਤੇ ਇੱਥੇ ਸਥਾਪਿਤ ਹੋਈ ਹੈ ਜੀ। ਸਾਨੂੰ ਜੋ ਸੰਸਥਾਵਾਂ ਸਤਿਗੁਰ ਜੀ ਨੇ ਦਿੱਤੀਆਂ, ਉਹ ਸੰਸਥਾਵਾਂ ਦਾ ਜੋ ਖੇਤਰ ਹੈ ਉਹ ਵਿਸ਼ਾਲ ਹੈ। ਉਹਦਾ ਖੇਤਰ ਇਸ ਤਰੀਕੇ ਨਾਲ ਕਿ ਸਾਡੀਆਂ ਸੰਸਥਾਵਾਂ ਪੂਰੀ ਨੂੰ ਤੇ ਪੂਰੇ ਬ੍ਰਹਿਮੰਡ ਨੂੰ ਕਲਾਵੇ ਦੇ ਵਿੱਚ ਲੈਂਦੀਆਂ ਹਨ। ਤੇ ਅਸੀਂ ਆਪਣੀਆਂ ਸੰਸਥਾਵਾਂ ਦੇ ਨਾਲ ਅਤੇ ਗੁਰਬਾਣੀ ਦੀ ਵਿਚਾਰਧਾਰਾ ਦੇ ਨਾਲ ਪੂਰੀ ਦੁਨੀਆ ਦੀਆਂ ਜੋ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਦੇ ਸਕਦੇ ਹਾਂ ਜੀ। ਇਹ ਸਾਨੂੰ ਅੱਜ ਸਾਡੀ ਲੰਗਰ ਦੀ ਸੰਸਥਾ ਦੇ ਨਾਲ ਇਹ ਸਾਬਤ ਹੋ ਚੁੱਕਾ ਹੈ, ਜਦ ਪੂਰੀ ਦੁਨੀਆ ਦੇ ਵਿੱਚ ਸਾਡੀ ਸੰਸਥਾ ਆਪਣੀ ਬਹੁਤ ਵੱਡੇ ਪੱਧਰ ਤੇ ਜੋ ਭੂਮਿਕਾ ਹੈ ਉਹ ਨਿਭਾ ਰਹੀ ਹੈ। ਬਿਲਕੁਲ ਸਹੀ ਕਹਿ ਰਹੇ ਹੋ ਜੀ ਆਪ ਜੀ। ਇਸ ਤਰੀਕੇ ਦੇ ਨਾਲ ਉਹ ਲੰਗਰ ਦੀ ਸੰਸਥਾ ਨੂੰ ਸਥਾਪਿਤ ਕਰਨਾ, ਇਹ ਮਾਤਾ ਖੀਵੀ ਜੀ ਦੇ ਹਿੱਸੇ ਆਇਆ ਇਸ ਧਰਤੀ ਤੇ। ਜੀ ਬਿਲਕੁਲ। ਸੰਗਤ ਦੀ ਸੰਸਥਾ ਵੀ ਜਾਰੀ ਹੋ ਚੁੱਕੀ ਹੈ ਤੇ ਲੰਗਰ ਦੀ, ਪੰਗਤ ਦੀ ਸੰਸਥਾ ਵੀ ਇਸ ਧਰਤੀ ਤੇ ਇੱਕ ਵਿਧੀਵਤ ਸੰਸਥਾਗਤ ਰੂਪ ਦੇ ਵਿੱਚ ਇਸ ਧਰਤੀ ਤੇ ਉਹ ਸਥਾਪਿਤ ਹੋ ਚੁੱਕੀ ਹੈ। ਇਹ ਦੂਸਰਾ ਵੱਡਾ ਕਾਰਜ ਇਸ ਧਰਤੀ ਤੇ ਹੋ ਰਿਹਾ। ਤੇ ਅੱਜ ਮਾਤਾ ਖੀਵੀ ਜੀ ਦਾ ਉਹ ਲੰਗਰ ਜਿਹੜਾ ਹੈ, ਉਸ ਦੀ ਸੇਵਾ, ਕਾਰ ਸੇਵਾ ਖਡੂਰ ਸਾਹਿਬ ਵੱਲੋਂ ਬਾਬਾ ਸੇਵਾ ਸਿੰਘ ਜੀ ਉਹਨਾਂ ਦੀ ਰਹਿਨੁਮਾਈ ਹੇਠ ਗੁਰਦੁਆਰਾ ਤਪਿਆਣਾ ਸਾਹਿਬ ਦੇ ਬਿਲਕੁਲ ਨਾਲ
ਲੱਗਦਾ ਹੈ ਪਿੱਤਰ ਅਸਥਾਨ ਹੈ, ਜਿੱਥੇ ਕਿ ਪੁਰਾਤਨ ਖੂਹੀ ਵੀ ਜਿਹੜੀ ਹੈ ਇਤਿਹਾਸਿਕ ਉਹ ਪ੍ਰਗਟ ਹੋਈ ਹੈ। ਤੇ ਉਸ ਮਾਤਾ ਖੀਵੀ ਜੀ ਦੀ ਖੂਹੀ ਕਰਕੇ ਉਹ ਅਸਥਾਨ ਜਾਣਿਆ ਜਾਂਦਾ। ਸੋ ਬਾਬਾ ਜੀ ਵੱਲੋਂ ਮੈਂ ਸਮਝਦਾ ਬੜੇ ਹੀ ਵਧੀਆ ਢੰਗ ਦੇ ਨਾਲ ਇਹ ਪਰੰਪਰਾ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ, ਬਲਕਿ ਉਹਨੂੰ ਇੰਨਾ ਸਾਂਝਾ ਬਣਾ ਦਿੱਤਾ ਗਿਆ ਕਿ ਉਹਦਾ ਇੱਕ ਵੱਖਰਾ ਹੀ ਸਰੂਪ ਆ। ਅਸੀਂ ਚਾਹਾਂਗੇ ਭਾਈ ਸਾਹਿਬ ਤੁਸੀਂ ਸਾਡੇ ਨਾਲ ਨਾ ਉਹ ਜਿਹੜਾ ਸੇਵਾ ਦਾ ਸਰੂਪ ਆ ਮਾਤਾ ਖੀਵੀ ਜੀ ਦੇ ਲੰਗਰ ਦਾ ਅੱਜ ਦੇ ਸਮੇਂ ਜਿਹੜਾ ਚੱਲ ਰਿਹਾ ਉਹ ਵੀ ਜ਼ਰੂਰ ਸਾਂਝਾ ਕਰੋ ਕਿ ਕਿਸ ਢੰਗ ਦੇ ਨਾਲ ਉੱਥੇ ਸੇਵਾ ਜਿਹੜੀ ਆ ਸਾਰੀਆਂ ਸੰਗਤਾਂ ਮਿਲ ਕੇ ਕਰਦੀਆਂ ਪਈਆਂ ਨੇ। ਜੀ ਬਿਲਕੁਲ ਸਾਂਝਾ ਕਰਨਾ ਚਾਹੀਦਾ ਜੀ। ਸਾਡੇ ਅੱਜ ਦੇ ਸਮੇਂ ਦੀ ਜੋ ਮੁੱਖ ਲੋੜ ਹੈ ਉਹ ਇੱਕ ਸਮੂਹਕ ਚੇਤਨਾ ਦੀ ਹੈ। ਵਿਅਕਤੀਗਤ ਪੱਧਰ ਤੇ ਮੁਕਤੀ, ਵਿਅਕਤੀਗਤ ਪੱਧਰ ਤੇ ਯਤਨ ਇਹ ਪਹਿਲਾਂ ਵੀ ਜਾਰੀ ਹੈ। ਗੁਰੂ ਨਾਨਕ ਪਾਤਸ਼ਾਹੀ ਦਾ ਧਰਮ ਵਿਅਕਤੀਗਤ ਮੁਕਤੀ ਦਾ ਨਹੀਂ ਕਿ ਮੈਂ ਆਪਣੇ ਲਈ ਕਾਰਜ ਕਰਾਂ। ਗੁਰੂ ਨਾਨਕ ਪਾਤਸ਼ਾਹ ਦਾ ਧਰਮ ਹੈ ਸੰਗਤੀ ਧਰਮ, ਜਿੱਥੇ ਸਾਰੇ ਸੰਘ ਨੂੰ ਲੈ ਕੇ ਚੱਲਿਆ ਜਾਂਦਾ, ਸਮੂਹ ਨੂੰ ਲੈ ਕੇ ਚੱਲਿਆ ਜਾਂਦਾ। ਹਜ਼ੂਰ ਸਾਹਿਬ ਦੀ ਧਰਤੀ ਤੇ ਚੱਲਣ ਵਾਲਾ ਲੰਗਰ ਜੋ ਅੱਜ ਵੀ ਜਾਰੀ ਹੈ ਉਹ ਸੰਗਤੀ ਅਤੇ ਸਮੂਹਕ ਚੇਤਨਾ ਦਾ ਪ੍ਰਤੀਕ ਹੈ। ਮੈਂ ਵਿਸਥਾਰ ਦੇ ਨਾਲ ਖੋਲਾਂ ਤਾਂ ਉਹ ਲੰਗਰ ਦੀ ਜੋ ਮਹਾਨਤਾ ਜੋ ਸਾਨੂੰ ਮਿਲਣੀ ਚਾਹੀਦੀ ਹੈ ਉਹ ਇੱਥੇ ਸਹੀ ਰੂਪ ਦੇ ਵਿੱਚ ਮਿਲ ਰਹੀ ਹੈ। ਉਹ ਕਿਵੇਂ? ਤਾਂ ਜੋ ਵੀ ਪ੍ਰਬੰਧ ਹੈ ਉਸ ਸੰਗਤ ਦੇ ਉਹ ਕਿਵੇਂ ਕਿ ਇੱਕ ਸਮੇਂ ਦੀ ਵੱਡੀ ਲੋੜ ਹੈ ਕਿ ਸਾਡੀ ਆਉਣ ਵਾਲੀ ਜੋ ਪੀੜ੍ਹੀ ਹੈ ਉਹ ਸਾਡੀਆਂ ਪਰੰਪਰਾਵਾਂ ਨੂੰ ਜਾਣੇ, ਸਾਡੇ ਰਵਾਇਤ ਨੂੰ ਜਾਣੇ ਅਤੇ ਸਾਡੇ ਇਤਿਹਾਸ ਦਾ ਜੋ ਤੱਤ ਹੈ ਉਸ ਨੂੰ ਜਾਣੇ। ਹੁਣ ਉਹਦੇ ਲਈ ਸਾਡੇ ਕੋਲ ਕਿਹੜੀ ਪ੍ਰਯੋਗਸ਼ਾਲਾ ਹੈ ਕਿ ਜਿਸ ਪ੍ਰਯੋਗਸ਼ਾਲਾ ਦੇ ਵਿੱਚ ਅਸੀਂ ਆਪਣੀ ਪੀੜ੍ਹੀ ਨੂੰ, ਆਪਣੇ ਆਉਣ ਵਾਲੇ ਬੱਚਿਆਂ ਨੂੰ ਲਿਆ ਕੇ ਉਹਨਾਂ ਨੂੰ ਟ੍ਰੇਨਿੰਗ ਦੇ ਸਕੀਏ ਜਾਂ ਉਹਨਾਂ ਦਾ ਅਭਿਆਸ ਕਰਾ ਸਕੀਏ, ਜਿਸ ਅਭਿਆਸ ਦੇ ਨਾਲ ਉਹ ਗੁਰਸਿੱਖੀ ਦੇ ਸਾਂਚੇ ਵਿੱਚ ਢਲਣ। ਉਹ ਪ੍ਰਯੋਗਸ਼ਾਲਾ ਸਾਡੇ ਪਾਸ ਸਾਡੇ ਗੁਰਦੁਆਰਾ ਸਾਹਿਬ ਨੇ ਤੇ ਸਾਡੇ ਲੰਗਰ ਨੇ, ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਉਹ ਪ੍ਰਯੋਗਸ਼ਾਲਾ ਲਿਆ ਕੇ ਉਹਨਾਂ ਦੇ ਜੀਵਨ ਨੂੰ ਸੱਜੇ ਰੂਪ ਦੇ ਵਿੱਚ ਗੁਰਮੁਖਤਾਈ ਵਾਲਾ ਜਿਹੜਾ ਉਹ ਬਣਾ ਸਕਦੇ ਹਾਂ। ਜੀ ਬਿਲਕੁਲ। ਸਾਡੇ ਪਾਸ ਜੋ ਲੰਗਰ ਹੈ ਉੱਥੇ ਇੱਥੇ ਇਸ ਤਰੀਕੇ ਦੇ ਨਾਲ ਚੱਲਦਾ ਹੈ ਕਿ ਜੋ ਸਾਰਾ ਇਲਾਕਾ ਹੈ, ਜਦੋਂ ਗੁਰੂ ਅੰਗਦ ਦੇਵ ਜੀ ਦੀ ਸ਼ਤਾਬਦੀ ਮਨਾਈ ਗਈ ਉਸ ਵੇਲੇ ਸਾਰੇ ਇਲਾਕੇ ਨੂੰ ਇਕੱਠਾ ਕਰਕੇ ਬਾਬਾ ਸੇਵਾ ਸਿੰਘ ਜੀ ਨੇ ਇਹ ਬਹੁਤ ਵੱਡਾ ਕਾਰਜ ਕੀਤਾ ਕਿ ਸਾਰਿਆਂ ਨੂੰ ਸਮੂਹ ਰੂਪ ਦੇ ਵਿੱਚ ਇਕਜੁੱਟ ਕੀਤਾ। ਉਸ ਇਕਜੁੱਟਤਾ ਦੇ ਵਿੱਚੋਂ ਕੀ ਨਿਕਲਿਆ? ਦੇਖੋ, ਇਕਜੁੱਟਤਾ ਦੇ ਵਿੱਚੋਂ ਇਲਾਕੇ ਨੂੰ ਇਕੱਠਾ ਕਰ, ਇਕਜੁੱਟ ਕਰ ਉਹਨਾਂ ਦੀਆਂ ਸੇਵਾਵਾਂ ਲਗਾਈਆਂ ਗਈਆਂ ਕਿ ਆਹ ਦੋ ਨਗਰ ਇਸ ਤਰੀਕ ਨੂੰ ਇਸ ਧਰਤੀ ਤੇ ਆਉਣਗੇ ਤੇ ਇੱਥੇ ਆ ਕੇ ਲੰਗਰ ਤਿਆਰ ਕਰਨਗੇ ਅਤੇ ਲੰਗਰ ਵਰਤਾਉਣਗੇ। ਲੰਗਰ ਦੀ ਜਿਹੜੀ ਸਾਰੀ ਸੁਵਿਧਾ ਹੈ, ਉਹਦੇ ਲਈ ਜੋ ਪ੍ਰਬੰਧ ਹੈ, ਜੋ ਰਸਤ ਪਾਣੀ ਹੈ, ਉਹ ਇੱਥੇ ਉਪਲਬਧ ਕਰਾ ਦਿੱਤਾ ਜਾਂਦਾ ਕਾਰਜਕਾ ਸਰੂਪ ਦੇ ਵੱਲੋਂ। ਜੀ ਜੀ। ਪਰ ਉਸ ਨੂੰ ਤਿਆਰ ਕਰਨ ਦੀ ਸੇਵਾ ਕਿ ਸੰਗਤ ਆਪ ਆ ਕੇ ਤਿਆਰ ਕਰੇ ਤੇ ਆਪ ਛਕਾਵੇ। ਜਿੰਨੇ ਨਗਰ ਨੇ ਉਹ ਸਾਰੇ ਨਗਰਾਂ ਦੀ ਸੇਵਾ ਵੰਡ ਦਿੱਤੀ ਗਈ। ਤਕਰੀਬਨ 90 ਦੇ ਕਰੀਬ ਜਿਹੜੇ ਨਗਰ ਨੇ ਉਹਨਾਂ ਸਾਰਿਆਂ ਨੂੰ ਵੰਡ ਦਿੱਤਾ ਗਿਆ। ਹੁਣ ਉਹ ਨਗਰ ਆਪਣੀ ਮਿੱਥੀ ਤਰੀਕ ਨੂੰ ਇੱਥੇ ਆਉਂਦੇ ਨੇ। ਹੁਣ ਮਿੱਥੀ ਤਰੀਕ ਨੂੰ ਆਉਣ ਦੇ ਵਿੱਚ ਕੀ ਹੈ ਕਿ ਉਹਨਾਂ ਨੇ ਆਉਣਾ ਹੈ ਆਪਣੇ ਨਗਰ ਤੋਂ, ਆਪਣੇ ਉਹਨਾਂ ਦੇ ਬੱਚੇ ਵੀ ਨਾਲ ਆ ਰਹੇ ਨੇ, ਪਰਿਵਾਰਕ ਮੈਂਬਰ ਵੀ ਆ ਰਹੇ ਨੇ, ਮਾਈਆਂ ਲੰਗਰ ਦੀ ਸੇਵਾ ਕਰ ਰਹੀਆਂ ਨੇ ਤੇ ਜਿਹੜੇ ਭਾਈ ਨੇ ਉਹ ਲੰਗਰ ਵਰਤ ਰਹੇ ਨੇ ਤੇ ਜਿਹੜੇ ਉਹਨਾਂ ਦੇ ਬੱਚੇ ਨੇ ਉਹ ਨਾਲ ਨਾਲ ਆਪਣੇ ਪਿਤਾ ਵੱਲ, ਆਪਣੀ ਮਾਤਾ ਵੱਲ ਵੇਖਦਿਆਂ ਹੋਏ ਸਿੱਖ ਰਹੇ ਨੇ। ਇਹ ਹੈ ਲੰਗਰ ਦਾ ਪ੍ਰਬੰਧ। ਜੋ ਖੀਰ ਹੈ, ਖੀਰ ਦੇ ਲਈ ਕੁਝ ਨਗਰਾਂ ਦੀ ਸੇਵਾ ਪੱਕੀ ਲੱਗੀ ਹੈ। ਉਹ ਨਗਰ ਆਪਣੀ ਤਰੀਕ ਤੇ ਆਪਣੇ ਦਿਨ ਅਨੁਸਾਰ ਲੰਗਰ ਦੇ ਵਿੱਚ ਆਉਂਦੇ ਨੇ, ਦੁੱਧ ਲਿਆਉਂਦੇ ਨੇ, ਖੀਰ ਤਿਆਰ ਹੁੰਦੀ ਹੈ ਜੀ ਜੀ। ਤੇ ਇਹਦੇ ਵਿੱਚ ਸਾਰੇ ਨਗਰ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਸੇਵਾ ਦੇ ਅਹਿਸਾਸ ਦੇ ਨਾਲ, ਅਹਿਸਾਸ ਜ਼ਰੂਰੀ ਹੁੰਦਾ। ਬਿਲਕੁਲ, ਸਾਰੀ ਗੱਲ ਹੀ ਅਹਿਸਾਸ ਤੇ। ਇਸ ਧਰਤੀ ਤੇ ਆਉਂਦੇ ਨੇ ਉਹਨਾਂ ਦੇ ਬੱਚੇ, ਉਹ ਅਹਿਸਾਸ ਹੀ ਉਹਨਾਂ ਨੂੰ ਅੱਜ ਗੁਰੂ ਘਰ ਦੇ ਨਾਲ ਵੀ ਜੋੜੀ ਰੱਖਦਾ ਤੇ ਉਹਨਾਂ ਨੂੰ ਗੁਰੂ ਅੰਗਦ ਦੇਵ ਦੀ ਧਰਤੀ ਦੇ ਨਾਲ ਵੀ ਜੋੜੀ ਰੱਖਦਾ। ਬਿਲਕੁਲ। ਤੇ ਉਹ ਲੰਗਰ ਖੀਵੀ ਦੀ ਲੰਗਰ ਅੱਜ ਉਸੇ ਤਰੀਕੇ ਦੇ ਨਾਲ ਜਿਵੇਂ ਸਾਨੂੰ ਪੁਰਾਤਨ ਸਮੇਂ ਦੇ ਵਿੱਚ ਮਿਲਦਾ ਕਿ ਗੁਰਸਿੱਖਾਂ ਨੇ ਆਪ ਲੰਗਰ ਤਿਆਰ ਕਰਨਾ ਤੇ ਫਿਰ ਸਾਰਿਆਂ ਨੂੰ ਛਕਾਉਣਾ, ਉਸੇ ਪ੍ਰਕਾਰ ਇੱਥੇ ਲੰਗਰ ਤਿਆਰ ਹੋ ਕੇ ਜੋ ਵਰਤਦਾ ਹੈ
ਸਾਰੀ ਸੰਗਤੀ ਰੂਪ ਦੇ ਵਿੱਚ, ਸਮੂਹਕ ਰੂਪ ਦੇ ਵਿੱਚ ਜੋ ਸਾਨੂੰ ਚੇਤਨਾ ਦੀ ਲੋੜ ਸੀ, ਉਹ ਲੋਕ ਜਦ ਆਪਣੇ ਪਿੰਡ ਤੋਂ ਇਕੱਠੇ ਹੋ ਕੇ ਆਉਂਦੇ ਨੇ, ਉਹ ਆਪਸ ਵਿੱਚ ਵੀ ਸਾਂਝਾਂ ਉਹਨਾਂ ਦੀਆਂ ਪੀੜੀਆਂ ਜਾਂਦੀਆਂ ਨੇ ਜੀ ਜੀ। ਇੱਥੇ ਸੇਵਾ ਕਰਦਿਆਂ ਵੀ ਉਹਨਾਂ ਦੀ ਦੋ ਨਜ਼ਰ ਆਏ, ਉਹਨਾਂ ਦੀ ਆਪਸ ਵਿੱਚ ਜਾਣ ਪਛਾਣ ਹੋਈ, ਇੱਕ ਦੂਜੇ ਨਾਲ ਮੇਲ ਹੋਇਆ, ਨਾਲੇ ਉਹਨਾਂ ਨੇ ਸੰਗਤ ਕੀਤੀ, ਨਾਲੇ ਪੰਗਤ ਕੀਤੀ, ਨਾਲੇ ਲੰਗਰ ਸੇਵਾ ਕੀਤੀ। ਇਹੀ ਇੱਕ ਚਰਿੱਤਰ, ਜਾਂ ਜਿਹਨੂੰ ਕਿਹਾ ਜਾਵੇ ਕਿ ਇੱਕ ਸਿੱਖ ਦੀ ਘਾਟ ਘੜਨ ਲਈ ਜਿਹੜੀ ਜ਼ਰੂਰੀ ਲੋੜ ਹੈ ਨਾ, ਇਸੇ ਗੱਲ ਦੀ ਹੈ। ਤੇ ਮੈਂ ਸਮਝਦਾ ਕਿ ਜਿਹੜੀ ਸਿੱਖ ਸੰਗਤ ਅੱਜ ਸਰਵਣ ਕਰ ਰਹੀ ਹੈ, ਸਾਨੂੰ ਐਸੀ ਹੀ ਵਿਧੀ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਨ ਦੀ ਬਹੁਤ ਵਧੀਆ ਇੱਕ ਮੈਂ ਸਮਝਦਾ ਯੁਕਤੀ ਹੈ, ਕਿਉਂਕਿ ਬੱਚੇ ਆਪਾਂ ਕਈ ਵਾਰੀ ਕਹਿੰਦੇ ਆ ਨਾ ਕਿ ਬੱਚੇ ਸਾਡੀ ਗੱਲ ਨਹੀਂ ਮੰਨਦੇ, ਬੱਚੇ ਗੱਲ ਘੱਟ ਮੰਨਦੇ ਹੁੰਦੇ, ਬੱਚੇ ਵੇਖ ਕੇ ਸਿੱਖਦੇ ਨੇ ਜੀ। ਬਿਲਕੁਲ ਬਿਲਕੁਲ। ਵੱਡੇ ਕੀ ਕਰਦੇ ਪਏ ਨੇ ਉਹ ਵੇਖ ਰਹੇ ਹੁੰਦੇ ਆ। ਕਈ ਵਾਰੀ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਉਹ ਮਸਤ ਨੇ ਆਪਣੇ ਕੰਮਾਂ 'ਚ, ਉਹ ਆਪਣੀਆਂ ਖੇਡਾਂ 'ਚ ਮਸਤ ਨੇ, ਪਰ ਇਵੇਂ ਹੁੰਦਾ ਨਹੀਂ। ਉਹਨਾਂ ਦਾ ਧਿਆਨ ਆਪਣੇ ਮਾਪਿਆਂ ਵੱਲ ਹੁੰਦਾ, ਸਾਡੇ ਮਾਪੇ ਕੀ ਕਰਦੇ ਨੇ, ਉਹ ਉਸ ਚੀਜ਼ ਨੂੰ ਫਾਲੋ ਕਰਦੇ ਨੇ। ਇਹ ਕੋਈ ਕਹਿਣ ਦੀ ਗੱਲ ਨਹੀਂ। ਅੱਜ ਕੱਲ੍ਹ ਦੀ ਸਟੱਡੀ ਜਿਹੜੀ ਆ ਉਹ ਵੀ ਇਹਨਾਂ ਗੱਲਾਂ ਤੇ ਜ਼ੋਰ ਦੇ ਰਹੀ ਹੈ ਕਿ ਜੇ ਤੁਸੀਂ ਬੱਚਿਆਂ ਨੂੰ ਕੁਛ ਦੇਣਾ ਚਾਹੁੰਦੇ ਹੋ ਤੇ ਤੁਸੀਂ ਆਪਣਾ ਕਿਰਦਾਰ ਜਿਹੜਾ ਉਹਨਾਂ ਨੂੰ ਦੇ ਸਕਦੇ ਹੋ, ਕਿਉਂਕਿ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ ਕਿ ਜੈਨੇਟਿਕਲੀ ਇਹਨਾਂ ਦੇ ਵਿੱਚ ਗੁਣ ਸੀਗੇ, ਪਿਤਾ ਪੁਰਖੀ ਗੁਣ ਆ ਗਏ। ਇੱਕ ਤਾਂ ਉਹ ਸਾਡੇ ਪਿੱਛੋਂ ਸਾਡੀਆਂ ਪਹਿਲੀਆਂ ਪੀੜ੍ਹੀਆਂ ਦੇ ਜਿਹੜੇ ਸੰਸਕਾਰ ਨੇ ਉਹ ਸਾਡੇ ਤੱਕ ਪਹੁੰਚਦੇ ਨੇ, ਤੇ ਦੂਸਰਾ ਇਹ ਕਿ ਜਿਵੇਂ ਹੁਣੇ ਸਾਡੇ ਨਾਲ ਭਾਈ ਸਾਹਿਬ ਵਿਚਾਰ ਕਰ ਰਹੇ ਸੀ ਕਿ ਉਹਨਾਂ ਦੇ ਸਾਹਮਣੇ ਕੀ ਹੋ ਰਿਹਾ ਉਸ ਨੂੰ ਦੇਖ ਕੇ, ਜਿਹਨੂੰ ਆਪਾਂ ਉਹ ਪੰਜਾਬੀ ਦੀ ਇੱਕ ਸਿੱਧੀ ਜੀ ਗੱਲ ਆ ਕਿ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ। ਤੇ ਇੱਥੇ ਪ੍ਰੈਕਟੀਕਲੀ ਕਦੀ ਵੀ ਸੰਗਤ ਆ ਕੇ ਦਰਸ਼ਨ ਕਰ ਸਕਦੀ ਹੈ ਕਿ ਉਹ ਨਗਰਾਂ ਦੀਆਂ ਸੰਗਤਾਂ, ਛੋਟੇ ਛੋਟੇ ਬੱਚੇ ਵੀ ਉਹਨਾਂ ਦੇ ਨਾਲ ਆਏ ਹੁੰਦੇ ਨੇ, ਵੱਡੀਆਂ ਮਾਈਆਂ ਵੀ ਆਈਆਂ ਹੁੰਦੀਆਂ ਨੇ। ਸੋ 2-2 3-3 ਪੀੜ੍ਹੀਆਂ ਇੱਕ ਸਮੇਂ ਦੇ ਉੱਤੇ ਸੇਵਾ ਕਰ ਰਹੀਆਂ ਹੁੰਦੀਆਂ ਨੇ, ਤੇ ਇੱਥੋਂ ਆਪਣੇ ਆਪ ਹੀ ਉਹ ਜਿਹੜਾ ਕਲਚਰ ਆ ਸੇਵਾ ਦਾ ਉਹ ਅੱਗੇ ਟਰਾਂਸਫਰ ਹੋ ਰਿਹਾ ਹੁੰਦਾ। ਤੇ ਉਹਦੇ ਵਾਸਤੇ ਕੋਈ ਬਹੁਤ ਵੱਡਾ ਉਪਰਾਲਾ ਵੀ ਨਹੀਂ ਹੋ ਰਿਹਾ ਹੁੰਦਾ, ਉਹ ਕੁਦਰਤੀ ਰੂਪ ਵਿੱਚ ਨਾਲੇ ਸੇਵਾ ਹੋ ਰਹੀ ਹੈ ਤੇ ਨਾਲੇ ਉਹਦੇ ਨਾਲ ਹੀ ਨਾਲ ਜਿਹੜੀ ਸੇਵਾ ਦੀ ਭਾਵਨਾ ਹੈ ਉਹ ਅਗਲੀ ਪੀੜ੍ਹੀ ਤੱਕ ਜਾ ਰਹੀ ਹੈ। ਇਹ ਖਡੂਰ ਸਾਹਿਬ ਦੀ ਧਰਤੀ ਤੇ ਮੈਂ ਸਮਝਦਾ ਇੱਕ ਬੜੀ ਵੱਡੀ, ਇਹ ਵੀ ਬਾਬਾ ਸੇਵਾ ਸਿੰਘ ਹੋਰਾਂ ਦੀ ਇੱਕ ਵਿਲੱਖਣ ਉਹਨਾਂ ਦੀ ਵਿਉਂਤਬੰਦੀ ਹੈ, ਜਿਹਦੇ ਨਾਲ ਉਹਨਾਂ ਸਾਰਾ ਇਲਾਕੇ ਦੀ ਸੰਗਤ ਨੂੰ ਨਾਲ ਸੇਵਾ 'ਚ ਜੋੜਿਆ ਹੋਇਆ, ਤੇ ਨਾਲ ਹੀ ਨਾਲ ਉਹਨਾਂ ਦੇ ਮਨ 'ਚ ਜਿਹੜੀ ਇਹ ਭਾਵਨਾ ਹੈ। ਤੇ ਖਾਸ ਰੂਪ ਵਿੱਚ ਜਿਹੜੀ ਗੱਲ ਭਾਈ ਸਾਹਿਬ ਹੋਰਾਂ ਨੇ ਕੀਤੀ ਹੈ ਕਿ ਮਾਤਾ ਖੀਵੀ ਜੀ ਦੀ ਉਹ ਯਾਦਗਾਰੀ ਖੀਰ ਜਿਹੜੀ ਹੈ ਉਹਦੀ ਸੇਵਾ ਵੀ ਵੱਖਰੀ, ਦੁੱਧ ਦੀ ਸੇਵਾ ਫਿਰ ਵੱਖਰੀ ਲੱਗੀ ਹੈ। ਉਹ ਸੇਵਾਦਾਰ ਫਿਰ ਆ ਕੇ ਤੇ ਨਿਰੰਤਰ ਜਿਹੜੀ ਇਹ ਸੇਵਾ, ਇਹ ਕਿੰਨੇ ਤੋਂ ਕਿੰਨੇ ਵਜੇ ਤੱਕ ਸੇਵਾ ਚੱਲਦੀ ਹੈ, ਥੋੜਾ ਜਿਹਾ ਇਹਦੇ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕਰ ਦਿਓ ਜੀ। ਤਕਰੀਬਨ 9 ਵਜੇ ਇੱਥੇ ਪਹੁੰਚ ਜਾਂਦੀ ਹੈ ਜੀ, ਤੇ ਸ਼ਾਮ ਦੇ 5 ਵਜੇ ਤੱਕ ਇਹ ਸੰਗਤ ਇੱਥੇ ਰਹਿ ਕੇ ਸੇਵਾ ਕਰਦੀ ਹੈ ਜੀ ਜੀ। ਤੇ ਉਹਨਾਂ ਦੇ ਬਕਾਇਦਾ ਦਿਨ ਉਹ ਆਪਣੇ ਆਪ ਨਿਸ਼ਚਿਤ ਹੋਏ ਨੇ। ਆਪਾਂ ਜਦੋਂ ਵੀ ਸੰਗਤ ਇੱਥੇ ਮਾਤਾ ਖੀਵੀ ਦੀ ਲੰਗਰ ਹਾਲ ਆਉਂਦੀ, ਉੱਥੇ ਲਿਖ ਕੇ ਲੱਗੇ ਹੋਏ ਨੇ ਬਕਾਇਦਾ। ਬਾਕੀ ਹੁਣ ਸਾਰੇ ਪਿੰਡਾਂ ਨੂੰ ਜ਼ਬਾਨੀ ਯਾਦ ਹੋ ਚੁੱਕਾ, ਉਹਨਾਂ ਦੇ ਜ਼ਿਹਨ 'ਚ ਵਸ ਚੁੱਕਾ ਸੀ ਅਸੀਂ ਇੰਨੀ ਤਰੀਕ ਨੂੰ ਉੱਥੇ ਆਪਣਾ ਜਿਹੜਾ ਸਮਾਂ ਉਹ ਕੱਢਣਾ ਹੈ, ਤੇ ਸੰਗਤ ਕੱਢਦੀ ਹੈ। ਲੋੜ ਥੋੜੀ ਜਿਹੀ ਪ੍ਰੇਰਨਾ ਦੀ ਹੁੰਦੀ ਹੈ, ਉਹਨਾਂ ਬੱਚਿਆਂ ਦੇ ਮਨ ਦੇ ਵਿੱਚ ਵੀ ਏਦਾਂ ਹੀ ਬੈਠਾ ਹੋਇਆ ਕਿ ਅਸੀਂ ਇੰਨੀ ਤਰੀਕ ਨੂੰ ਖਡੂਰ ਸਾਹਿਬ ਜਾਣਾ, ਉਹ ਖਡੂਰ ਸਾਹਿਬ ਦੇ ਲਈ ਉਸ ਦਿਨ ਤਿਆਰ ਹੁੰਦੇ। ਬਿਲਕੁਲ। ਛੋਟੇ ਛੋਟੇ ਬੱਚੇ ਸੇਵਾ ਕਰਦੇ ਜੀ। ਇਹਦੇ ਵਿੱਚ ਇੱਕ ਹੋਰ ਵੱਡੀ ਗੱਲ ਹੈ ਕਿ ਕਿਉਂਕਿ ਇੱਥੇ ਜੋ ਸੇਵਾ ਹੈ ਉਹ ਤਨ ਦੀ ਸੇਵਾ, ਠੀਕ ਹੈ, ਮਨ ਦੀ ਤੇ ਤਨ ਦੀ ਸੇਵਾ ਆ, ਤੇ ਇਹਦੇ 'ਚ ਕੋਈ ਅਮੀਰ ਗਰੀਬ ਹਰ ਕੋਈ ਜਿਹੜਾ ਆ ਉਹ ਆਪਣਾ ਆਣ ਕੇ ਹਿੱਸਾ ਪਾ ਸਕਦਾ। ਜਿਹੜੇ ਨਗਰਾਂ ਵਾਲੇ ਠੀਕ ਹੈ ਉਹ ਵੈਸੇ ਰਸਤ ਪਾਣੀ ਦੇ ਵਿੱਚ ਵੀ ਸੇਵਾ ਪਾ ਲੈਂਦੇ ਨੇ, ਪਰ ਮਤਲਬ ਕਿਸੇ ਨੂੰ ਹਿਚਕ ਕੋਈ ਨਹੀਂ ਹੈ ਕਿ ਇਹ ਸੇਵਾ ਜਿਹੜੀ ਹੈ ਇਹ ਮੈਂ ਉੱਥੇ ਜਾਵਾਂਗਾ, ਕਿਵੇਂ ਕਰਾਂਗਾ, ਕੀ ਕਰਾਂਗਾ। ਸੋ ਇੱਕ ਦਿਨ ਆਪਣਾ ਜਿਹੜਾ ਮੈਨੂੰ ਲੱਗਦਾ ਕਿੰਨੇ ਕੁ ਦਿਨਾਂ ਬਾਅਦ ਇਹ ਵਾਰੀ ਆਉਂਦੀ ਹੈ, ਥੋੜਾ ਜਿਹਾ ਇਹਦੇ ਬਾਰੇ ਵੀ ਦੱਸ ਦਿੰਦੇ। 1 ਮਹੀਨੇ ਬਾਅਦ ਹਾਂ, ਸੋ 1 ਮਹੀਨੇ ਬਾਅਦ ਮਤਲਬ ਜਿਹੜੀ ਜਦੋਂ ਵਾਰੀ ਆਉਣੀ ਹੈ, ਕੁਦਰਤੀ ਹੁੰਦਾ ਕਿ ਇਨਸਾਨ ਉਹ ਆਪਣਾ ਦਿਨ ਫਿਕਸ ਕਰ ਸਕਦਾ। ਸੋ ਇਸ ਢੰਗ ਦੇ ਨਾਲ ਜਿਹੜੀ ਇਹ ਸੇਵਾ ਬੜੀ ਵਡਮੁੱਲੀ ਸੇਵਾ, ਤੇ ਸੇਵਾ ਭਾਵਨਾ, ਸੇਵਾ ਦੀ ਜਿਹੜੀ ਭਾਵਨਾ ਹੈ, ਕਿਉਂਕਿ ਆਪਾਂ ਅਕਸਰ ਵੇਖਦੇ ਹਾਂ ਕਿ ਵੈਸੇ ਤਾਂ ਸਾਰਾ ਪੰਜਾਬ ਹੀ ਜਿਉਂਦਾ ਗੁਰਾਂ ਦੇ ਨਾਂ ਉੱਤੇ। ਸੋ ਇਹਨਾਂ ਨਗਰਾਂ ਦੇ ਨਜ਼ਦੀਕ ਜਿਹੜੇ ਇਲਾਕੇ ਨੇ, ਉੱਥੋਂ ਦੇ ਲੋਕ ਜਿਹੜੇ ਨੇ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਨੇ, ਉਹਨਾਂ ਦੇ ਮਨ 'ਚ ਬੜੀ
ਜਿਹਨੂੰ ਕਹਿੰਦੇ ਨਾ ਕੁੱਟ ਕੇ ਭਾਵਨਾ ਭਰੀ ਹੁੰਦੀ ਹੈ ਕਿ ਸੇਵਾ ਕਰਨੀ ਆ, ਲੰਗਰ ਛਕਾਉਣੇ ਆ, ਜਿੱਥੇ ਵੀ ਦੇਸ਼ ਦੁਨੀਆ ਦੇ ਵਿੱਚ ਜਿੱਥੇ ਵੀ ਲੋੜ ਪੈਂਦੀ ਹੈ। ਸੋ ਇਸ ਢੰਗ ਦੇ ਨਾਲ ਇਹ ਸਾਡੀ ਬੜੀ ਮਾਨਮਤੀ ਪਰੰਪਰਾ ਬਣ ਚੁੱਕੀ ਹੈ ਗੁਰੂ ਕੇ ਲੰਗਰ ਦੀ, ਜਿਹਨੂੰ ਕਿ ਅਸੀਂ ਇੱਥੇ ਪ੍ਰਤੱਖ ਦੇਖਦੇ ਹਾਂ। ਅਤੇ ਇੱਕ ਬੜਾ ਹੀ ਸਮੂਹਕ ਰੂਪ ਦੇ ਵਿੱਚ, ਆਮ ਤੌਰ 'ਤੇ ਕਈ ਵਾਰੀ ਹੁੰਦਾ ਕਿ ਇੱਕ ਨਗਰ ਦੇ ਵਿੱਚ ਵੀ 2-2 3-3 ਥਾਵਾਂ ਦੇ ਉੱਤੇ ਲੰਗਰ ਲੱਗਦੇ ਨੇ, ਪਰ ਮੈਂ ਸਮਝਦਾ ਕਿ ਬਾਬਾ ਜੀ ਨੇ ਸਾਡੇ ਵਾਸਤੇ ਪ੍ਰੇਰਨਾ ਸਰੋਤ ਬਣਾਇਆ ਕਿ ਕਿਉਂ ਨਾ ਆਪਾਂ ਸਾਰੇ ਰਲ ਕੇ ਅਤੇ ਇੱਕ ਵੱਡੀ ਸੇਵਾ ਜਿਹੜੀ ਹੈ ਉਹਨੂੰ ਇਸ ਢੰਗ ਦੇ ਨਾਲ ਸੁਚਾਰੂ ਰੂਪ ਵਿੱਚ ਚਲਾਈਏ। ਸੋ ਹੋਰ ਵੀ ਆਪਾਂ ਵਿਚਾਰਾਂ ਪੈਸਾ ਪਾਸੋਂ ਸਰਵਣ ਕਰਨੀਆਂ ਨੇ। ਛੋਟਾ ਜਿਹਾ ਵਿਸ਼ਰਾਮ ਲੈ ਕੇ ਅਸੀਂ ਬਹੁਤ ਜਲਦੀ ਹਾਜ਼ਰ ਹੋ ਰਹੇ ਹਾਂ ਜੀ। ਸੋ ਸੰਗਤ ਜੀ, ਆਪਾਂ ਸ਼੍ਰੀ ਖਡੂਰ ਸਾਹਿਬ ਦੇ ਪਿੱਤਰ ਇਤਿਹਾਸ ਦੇ ਨਾਲ ਜੁੜੇ ਹੋਏ ਹਾਂ ਅਤੇ ਸਾਡੇ ਨਾਲ ਭਾਈ ਵਿਕਰਮਜੀਤ ਸਿੰਘ ਉਹ ਅੱਜ ਗੁਰ ਇਤਿਹਾਸ ਦੀ ਸਾਂਝ ਕਰਦੇ ਪਏ ਨੇ। ਨਿਸ਼ਾਨੇ ਸਿੱਖੀ ਖਡੂਰ ਸਾਹਿਬ ਦੇ ਵਿਦਿਆਰਥੀ ਰਹੇ ਨੇ ਅਤੇ ਯੂਨੀਵਰਸਿਟੀ ਤੋਂ ਬਕਾਇਦਾ ਤੌਰ 'ਤੇ ਜਿੱਥੇ ਇਹਨਾਂ ਨੇ ਆਪਣੀ ਐਜੂਕੇਸ਼ਨ ਲਈ ਹੈ ਉੱਥੋਂ ਗੋਲਡ ਮੈਡਲ ਵੀ ਹਾਸਲ ਕੀਤਾ। ਸੋ ਬੜਾ ਵਧੀਆ ਢੰਗ ਦੇ ਨਾਲ ਸਾਡੇ ਨਾਲ ਗੁਰ ਇਤਿਹਾਸ ਦੀ ਸਾਂਝ ਕਰਦੇ ਪਏ ਨੇ। ਲੰਗਰ ਦੀ ਪਰੰਪਰਾ ਅਤੇ ਉਸ ਪਰੰਪਰਾ ਦਾ ਅੱਜ ਦਾ ਸਰੂਪ ਜਿਹੜਾ ਉਹ ਅਸੀਂ ਹੁਣੇ ਸਰਵਣ ਕੀਤਾ ਇਹਨਾਂ ਪਾਸੋਂ। ਸੋ ਹੁਣ ਭਾਈ ਸਾਹਿਬ ਇਸ ਚਾਹਾਂਗੇ ਕਿ ਗੁਰੂ ਅੰਗਦ ਸਾਹਿਬ ਨੇ ਇਸ ਖਡੂਰ ਸਾਹਿਬ ਦੀ ਧਰਤੀ 'ਤੇ ਹੋਰ ਕਿਹੜੇ ਕਾਰਜ ਕੀਤੇ ਨੇ, ਉਹਨਾਂ ਦਾ ਵੇਰਵਾ ਆਪ ਜੀ ਸਾਡੇ ਨਾਲ ਸਾਂਝਾ ਕਰਦੇ ਜੀ। ਖਡੂਰ ਸਾਹਿਬ ਦੀ ਧਰਤੀ 'ਤੇ ਗੁਰੂ ਅੰਗਦ ਦੇਵ ਜੀ ਦੁਆਰਾ ਸੰਗਤ ਅਤੇ ਪੰਗਤ ਦੀ ਸੰਸਥਾ ਦੇ ਵਿਕਾਸ ਤੋਂ ਬਾਅਦ ਇੱਥੇ ਜੋ ਅਹਿਮ ਕਾਰਜ ਹੋਇਆ ਉਹ ਹੈ ਗੁਰਮੁਖੀ ਲਿਪੀ ਦਾ। ਜੋ ਗਿਆਨ ਜਿਸ ਨੂੰ ਬ੍ਰਾਹਮਣ ਦੁਆਰਾ ਜਾਂ ਹੋਰ ਸਿੰਘਾਂ ਦੁਆਰਾ ਆਪਣੀ ਮਲਕੀਅਤ ਬਣਾ ਲਿਆ ਗਿਆ ਸੀ, ਉਸ ਗਿਆਨ ਨੂੰ ਲੋਕਾਂ ਦੀ ਭਾਸ਼ਾ ਦੁਆਰਾ ਦੱਸਣ ਦਾ ਜੋ ਕਾਰਜ ਇਸ ਧਰਤੀ ਤੇ ਉਹ ਹੋਇਆ, ਉਹਦੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦਾ ਜੋ ਇੱਕ ਮਹਾਨ ਕਾਰਜ ਕੀਤਾ। ਗੁਰਮੁਖੀ ਲਿਪੀ ਨੂੰ ਵਿਧੀਵਤ ਰੂਪ ਦੇ ਵਿੱਚ ਤਿਆਰ ਕਰਨਾ, ਉਸਦਾ ਕਾਇਦਾ ਬਣਾਉਣਾ ਅਤੇ ਬਾਲ ਬੋਧ ਤਿਆਰ ਕਰਨਾ, ਉਹ ਮਹਾਨ ਕਾਰਜ ਖਡੂਰ ਸਾਹਿਬ ਦੀ ਧਰਤੀ ਤੇ ਹੋਇਆ। ਅਤੇ ਗੁਰਮੁਖੀ ਦੀ ਪਹਿਲੀ ਪਾਠਸ਼ਾਲਾ, ਜਿਸ ਪਾਠਸ਼ਾਲਾ ਦਾ ਅਧਿਆਪਕ ਗੁਰੂ ਅੰਗਦ ਦੇਵ ਜੀ ਆਪ ਬਣੇ, ਉਹ ਖਡੂਰ ਸਾਹਿਬ ਦੀ ਧਰਤੀ ਤੇ ਹੋਈ। ਗੁਰੂ ਅੰਗਦ ਦੇਵ ਜੀ ਨੇ ਆਪ ਬੱਚਿਆਂ ਨੂੰ ਪੜ੍ਹਾਇਆ, ਬਾਲ ਬੋਧ ਨੂੰ ਉਚਾਰਿਆ ਗਿਆ ਤੇ ਗੁਰਮੁਖੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਈ। ਤੇ ਗੁਰਮੁਖੀ ਗੁਰੂ ਦਾ ਇਲਾਹੀ ਉਪਦੇਸ਼, ਗੁਰਮੁਖੀ ਰਾਹੀਂ ਗੁਰਬਾਣੀ ਘਰਾਂ ਤੱਕ ਪਹੁੰਚੀ, ਸਾਡੇ ਹਿਰਦਿਆਂ ਤੱਕ ਪਹੁੰਚੀ ਅਤੇ ਇਹ ਪੰਜਾਬ ਜੋ ਹੈ ਉਹ ਗੁਰਮੁਖੀ ਦੇ ਨਾਲ ਮਹਿਕਣ ਲੱਗਦਾ ਹੈ। ਇਹ ਮਹਾਨ ਕਾਰਜ ਇੱਕ ਬਹੁਤ ਵੱਡਾ ਇਨਕਲਾਬ ਹੈ। ਜਦ ਇਲਾਹੀ ਉਪਦੇਸ਼ ਨੂੰ ਲੋਕਾਂ ਦੀ ਭਾਸ਼ਾ ਦੇ ਰਾਹੀਂ, ਉਹਨਾਂ ਅੱਖਰਾਂ ਦੇ ਰਾਹੀਂ ਉਹਨਾਂ ਤੱਕ ਪਹੁੰਚਾਉਣ ਦਾ ਕਾਰਜ ਗੁਰੂ ਅੰਗਦ ਦੇਵ ਜੀ ਨੇ ਇਸ ਖਡੂਰ ਸਾਹਿਬ ਦੀ ਧਰਤੀ ਤੇ ਕੀਤਾ। ਇਸ ਤਰੀਕੇ ਦੇ ਨਾਲ ਗੁਰਸਿੱਖੀ ਦੇ ਵਿੱਚ ਗੁਰਮੁਖੀ ਦੀ ਘਾੜਤ ਅਤੇ ਬਾਲ ਬੋਧ ਦੀ ਮਹਾਨ ਦੇਣ ਗੁਰੂ ਅੰਗਦ ਦੇਵ ਜੀ ਨੇ ਦਿੱਤੀ। ਅਤੇ ਇਸ ਤੋਂ ਬਾਅਦ ਜੋ ਸਾਨੂੰ ਵੱਡਾ ਕਾਰਜ ਮਿਲਦਾ ਹੈ ਉਹ ਕਾਰਜ ਹੈ ਜਨਮ ਸਾਖੀ ਨੂੰ, ਆਪਣੇ ਇਤਿਹਾਸ ਨੂੰ ਸਾਂਭਣਾ, ਆਪਣੇ ਬੀਤੇ ਦੀਆਂ ਯਾਦਾਂ ਨੂੰ ਸਾਂਭਣਾ ਅਤੇ ਆਪਣੇ ਪੁਰਖਿਆਂ ਦੀਆਂ ਮਹਾਨ ਬਾਤਾਂ ਨੂੰ ਸਾਂਭਣਾ ਜਨਮ ਸਾਖੀ ਦੇ ਰੂਪ ਦੇ ਵਿੱਚ ਪ੍ਰਾਪਤ ਹੁੰਦਾ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਇੱਕ ਦਰਸ਼ਨ ਹੈ। ਉਹ ਦਰਸ਼ਨ, ਜਿਸ ਦਰਸ਼ਨ ਦੇ ਨਾਲ ਤੁਸੀਂ ਸੰਸਾਰ ਨੂੰ, ਆਪਣੇ ਆਪ ਨੂੰ ਇੱਕ ਨਵੀਂ ਨਜ਼ਰ ਦੇ ਨਾਲ ਵੇਖਣ ਲੱਗਦੇ ਹੋ। ਉਹ ਨਜ਼ਰ ਜਿਸ ਨਜ਼ਰ ਦੇ ਵਿੱਚ ਏਕਤਾ, ਜਿਸ ਨਜ਼ਰ ਦੇ ਇੱਕ ਰੂਪਤਾ, ਜਿਸ ਨਜ਼ਰ ਦੇ ਵਿੱਚ ਭਾਈਚਾਰਾ, ਜਿਸ ਨਜ਼ਰ ਦੇ ਵਿੱਚ ਬਰਾਬਰਤਾ ਹੈ। ਤੇ ਉਸ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਸਾਂਭਣ ਦਾ ਕਾਰਜ ਇਸ ਧਰਤੀ ਤੇ ਹੋਇਆ। ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਨੂੰ ਇਸ ਧਰਤੀ ਤੇ ਬੁਲਾਇਆ ਜੀ। ਇਸ ਦੇ ਨਾਲ ਸੁਲਤਾਨਪੁਰ ਦੀ ਧਰਤੀ ਤੋਂ ਭਾਈ ਪੈੜੇ ਮੁਖੇ ਨੂੰ, ਜੋ ਲਿਖਾਰੀ ਸਨ, ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੂੰ ਬੁਲਾ ਕੇ ਗੁਰਦੁਆਰਾ ਤਪਿਆਣਾ ਸਾਹਿਬ
ਜੋ ਇੱਥੇ ਮੌਜੂਦ ਹੈ, ਉਸ ਧਰਤੀ ਜੀ। ਤੇ ਗੁਰੂ ਅੰਗਦ ਦੇਵ ਜੀ ਨੇ ਜਨਮ ਸਾਖੀ ਨੂੰ ਲਿਖਾਉਣ ਦਾ ਕਾਰਜ ਕੀਤਾ, ਜੋ ਅੱਜ ਸਾਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਰੂਪ ਦੇ ਵਿੱਚ ਪ੍ਰਾਪਤ, ਜਿਸ ਜਨਮ ਸਾਖੀ ਦੇ ਵਿੱਚ ਬਹੁਤ ਸਾਰੀਆਂ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਸੰਬੰਧਿਤ, ਉਹਨਾਂ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਅਤੇ ਸੇਧਾਂ ਸਾਨੂੰ ਅੱਜ ਵੀ ਪ੍ਰਾਪਤ ਹੁੰਦੀਆਂ। ਉਸ ਜਨਮ ਸਾਖੀ ਨੂੰ ਅੱਜ ਵੀ ਘਰਾਂ ਦੇ ਵਿੱਚ ਪੜ੍ਹਿਆ ਜਾਂਦਾ ਹੈ ਤੇ ਉਸ ਨੂੰ ਪੜ੍ਹਦਿਆਂ ਹੋਇਆਂ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਤੋਂ ਸਿੱਖਿਆ ਜਾਂਦਾ। ਬਿਲਕੁਲ, ਜਨਮ ਸਾਖੀ ਜਿਹੜੀ ਹੈ ਇਹ ਸਾਡੀ ਉਸ ਵੇਲੇ ਦੀ ਪਰੰਪਰਾ, ਲਿਖਣ ਪਰੰਪਰਾ ਵੀ ਸਾਨੂੰ ਇਸ ਤੋਂ ਪ੍ਰਾਪਤ ਹੁੰਦੀ ਹੈ ਕਿ ਉਸ ਵੇਲੇ ਦੀ ਲਿਖਣ ਸ਼ੈਲੀ ਕੀ ਸੀ। ਅੱਜ ਦੀ ਪੰਜਾਬੀ ਤੇ ਉਸ ਵੇਲੇ ਦੀ ਲਿਖਣ ਸ਼ੈਲੀ ਦੇ ਵਿੱਚ ਕਾਫੀ ਸਾਨੂੰ ਫਰਕ ਨਜ਼ਰ ਆਏਗਾ, ਪਰ ਇਹਦੇ ਨਾਲ ਇੱਕ ਬੜੇ ਹੀ ਪਿਆਰ ਜਿਹੜਾ ਉਹ ਵੀ ਝਲਕਦਾ ਕਿ ਕਿਸ ਢੰਗ ਦੇ ਨਾਲ ਜਨਮ ਸਾਖੀ ਜਿਹੜੀ ਹੈ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਾਉਂਦੀ ਹੈ, ਕਿਉਂਕਿ ਉਹ ਬਿਰਤਾਂਤ ਨੂੰ ਬਹੁਤ ਸੋਹਣੇ ਢੰਗ ਦੇ ਨਾਲ ਉਹਦੇ 'ਚ ਪੇਸ਼ ਕੀਤਾ ਜਾਂਦਾ ਹੈ। ਜੀ ਜੀ ਭਾਈ ਸਾਹਿਬ। ਜਨਮ ਸਾਖੀ ਇਸ ਤਰੀਕੇ ਦਾ ਵਰਦਾਂਤ ਹੈ, ਜਿਸ ਵਰਤਾਂਤ ਦੇ ਵਿੱਚ ਜਨਮ ਸਾਖੀਕਾਰ ਗੁਰੂ ਸਾਹਿਬ ਪ੍ਰਤੀ ਅਥਾਹ ਸ਼ਰਧਾ ਰੱਖਦਾ, ਗੁਰੂ ਸਾਹਿਬ ਪ੍ਰਤੀ ਉਸਦਾ ਬਹੁਤ ਵੱਡਾ ਵਿਸ਼ਵਾਸ ਹੈ ਤੇ ਉਹ ਆਪਣੇ ਆਪ ਨੂੰ ਗੁਰੂ ਸਾਹਿਬ ਸੰਗ ਵਿਚਰਦਾ ਹੋਇਆ ਮਹਿਸੂਸ ਕਰਕੇ, ਅਨੁਭਵ ਕਰਕੇ ਗੁਰੂ ਸਾਹਿਬ ਦੇ ਵਰਤਾਂਤ ਨੂੰ ਪੇਸ਼ ਕਰਦਾ ਹੈ ਜੀ। ਉਹ ਵਰਤਾਂਤ ਫਿਰ ਦਿਲਾਂ ਦੇ ਵਿੱਚ ਉਤਰਦਾ ਜੀ। ਇਸ ਤਰੀਕੇ ਦੇ ਨਾਲ। ਇਸ ਤੋਂ ਇਲਾਵਾ ਮੈਂ ਦੱਸਣਾ ਚਾਹਾਂਗਾ ਕਿ ਜਨਮ ਸਾਖੀ ਦੀ ਜੋ ਪਰੰਪਰਾ ਹੈ ਉਹ ਇਸ ਧਰਤੀ ਤੋਂ ਆਰੰਭ ਹੋਈ ਤੇ ਅੱਜ ਵੀ ਪੰਜਾਬੀ ਵਾਰਤਕ ਦੇ ਵਿੱਚ ਜਨਮ ਸਾਖੀਆਂ ਨੂੰ ਮੁੱਢਲੀ ਵਾਰਤਕ ਦੇ ਰੂਪ ਦੇ ਵਿੱਚ ਲਿਆ ਜਾਂਦਾ ਜੀ। ਮੁੱਢਲੇ ਰੂਪ ਦੇ ਵਿੱਚ ਜੋ ਵਾਰਤਕ ਲਿਖੀ ਗਈ ਉਹ ਜਨਮ ਸਾਖੀਆਂ ਦੇ ਵਿੱਚ ਲਿਖੀ ਗਈ ਜੀ। ਹਾਂਜੀ, ਅੱਗੇ ਚੱਲਦੇ ਹਾਂ ਜੀ। ਬਿਲਕੁਲ, ਇਹ ਆਪਾਂ ਦੇਖੀਏ ਤਾਂ ਪਹਿਲਾਂ ਜ਼ਿਆਦਾ ਕਾਵਿ ਰਚਨਾ ਹੁੰਦੀ ਸੀ, ਵਾਰਤਕ ਦੇ ਰੂਪ ਦੇ ਵਿੱਚ ਜਿਹੜੀ ਹੈ ਜਨਮ ਸਾਖੀ। ਵੇਖੋ, ਇਹ ਵੀ ਇੱਕ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਜੀ ਨੇ ਇਹ ਵੀ ਜਿਹੜੀ ਦਾਤ ਹੈ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਸਾਡੀ ਝੋਲੀ ਪਾਈ ਹੈ। ਸੋ ਅੱਜ ਵੀ ਮੈਂ ਸਮਝਦਾ ਉੱਥੇ ਉਹ ਅਸਥਾਨ ਜਿਹੜਾ ਮੌਜੂਦ ਹੈ ਗੁਰਦੁਆਰਾ ਤਪਿਆਣਾ ਸਾਹਿਬ ਦੇ ਨਾਲ ਹੀ, ਬਿਲਕੁਲ ਯਾਦਗਾਰ ਛੋਟੀ ਜੀ ਬਣੀ ਹੋਈ ਹੈ, ਜਿੱਥੇ ਕਿ ਭਾਈ ਬਾਲਾ ਜੀ ਜਿਹੜੇ ਨੇ ਉਹਨਾਂ ਦੀ ਉਹ ਯਾਦਗਾਰ ਹੈ। ਤੇ ਇਹ ਮੈਂ ਸਮਝਦਾ ਕਿ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਦਾ ਬੜਾ ਅਹਿਮ ਪੱਖ ਹੈ, ਕਿਉਂਕਿ ਤੁਸੀਂ ਵੀ ਪੜ੍ਹਾਈ ਦੇ ਦੌਰਾਨ ਤੁਹਾਡੇ ਧਿਆਨ 'ਚ ਸ਼ਾਇਦ ਆਇਆ ਹੋਏਗਾ, ਕਿਉਂਕਿ ਕੁਝ ਅੱਜ ਦੇ ਜਿਹੜੇ ਵਿਦਵਾਨ ਉਹ ਭਾਈ ਬਾਲਾ ਜੀ ਦੀ ਹਸਤੀ ਤੋਂ ਹੀ ਮੁਨਕਰ ਹੋਏ ਬੈਠੇ ਸਨ। ਤੇ ਇਹ ਇਤਿਹਾਸ ਦਾ ਬੜਾ ਅਹਿਮ ਅੰਗ ਹੈ ਤੇ ਬਕਾਇਦਾ ਤੌਰ 'ਤੇ ਉੱਥੇ ਉਹਨਾਂ ਦੀ ਯਾਦਗਾਰ ਜਿਹੜੀ ਹੈ ਉਹ ਵੀ ਸਥਾਪਿਤ ਹੈ। ਹਾਂਜੀ ਭਾਈ ਸਾਹਿਬ। ਇਸ ਤੋਂ ਬਾਅਦ ਖਡੂਰ ਸਾਹਿਬ ਦੀ ਧਰਤੀ ਤੇ ਜੋ ਵੱਡਾ ਕਾਰਜ ਹੋਇਆ ਹੈ ਉਹ ਕਾਰਜ ਹੈ ਮੱਲ ਅਖਾੜੇ ਦੀ ਸਥਾਪਨਾ। ਮੱਲ ਅਖਾੜੇ ਦੀ ਸਥਾਪਨਾ ਨੂੰ ਵੇਖਦਿਆਂ ਹੋਏ ਅਸੀਂ ਇਸ ਪ੍ਰਕਾਰ ਅਨੁਭਵ ਕਰਦੇ ਹਾਂ ਕਿ ਜਿਵੇਂ ਗੁਰੂ ਸਾਹਿਬ ਇੱਕ ਵੱਡੇ ਉਦੇਸ਼ ਦੀ ਪੂਰਤੀ ਦੇ ਵਿੱਚ ਲੱਗੇ ਹੋਏ ਨੇ। ਉਦੇਸ਼ ਸਾਨੂੰ ਪਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਮਿਸ਼ਨ ਨੂੰ ਲੈ ਕੇ ਚੱਲਦਾ ਹੈ। ਉਹ ਮਿਸ਼ਨ ਇੱਕ ਐਸੇ ਸਮਾਜ ਦੀ ਸਥਾਪਨਾ ਹੈ, ਇੱਕ ਐਸੇ ਮਨੁੱਖ ਦੀ ਸਿਰਜਣਾ ਹੈ ਜਿਹੜਾ ਮਨੁੱਖ ਸਮਾਜ ਦੇ ਭਰਮਾਂ ਤੋਂ, ਕਰਮਕਾਂਡਾਂ ਤੋਂ, ਤੰਗ ਦਿਲੀਆਂ ਤੋਂ ਉੱਪਰ ਆਜ਼ਾਦ ਤਬੀਅਤ ਰੱਖਦਾ ਹੋਇਆ ਇੱਕ ਪਰਮਾਤਮਾ ਦੇ ਵਿੱਚ ਯਕੀਨ ਰੱਖਦਾ ਹੋਇਆ ਜੀ। ਤੇ ਉਹ ਇੱਕ ਪਰਮਾਤਮਾ ਦੇ ਵਿੱਚ ਵਿਸ਼ਵਾਸ ਲਈ ਅਤੇ ਉਸ ਸਮਾਜ ਦੀ ਸਥਾਪਨਾ ਦੇ ਲਈ ਜਿਹੜਾ ਸੰਘਰਸ਼ ਕਰਨਾ ਪੈਣਾ ਹੈ ਜੀ, ਤੇ ਬਹੁਤ ਵੱਡੇ ਸੰਘਰਸ਼ ਦੀ ਲੋੜ ਹੁੰਦੀ ਹੈ। ਉਹ ਸੰਘਰਸ਼ ਜਿਹੜਾ ਕਰਨਾ ਪੈਣਾ ਉਹਦੇ ਲਈ ਇੱਕ ਬਹੁਤ ਵੱਡੀ ਤਿਆਰੀ ਦੀ ਲੋੜ ਹੈ। ਤੇ ਮੱਲ ਅਖਾੜੇ ਦੀ ਸਥਾਪਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਅੰਗਦ ਦੇਵ ਜੀ ਉਸ ਵੱਡੇ ਸੰਘਰਸ਼ ਦੀ ਤਿਆਰੀ ਦੇ ਵਿੱਚ ਆਪਣਾ ਬਹੁਤ ਮਹੱਤਵਪੂਰਨ ਯੋਗਦਾਨ ਪਾ ਰਹੇ ਨੇ। ਉਹ ਮਹੱਤਵਪੂਰਨ ਯੋਗਦਾਨ ਇਸ ਪ੍ਰਕਾਰ ਸਾਨੂੰ ਪਤਾ ਹੈ ਕਿ ਖਾਲਸਾ ਪੰਥ ਦੀ ਸਿਰਜਣਾ, ਉਹਦੀ ਜਿਹੜੀ ਨੀਂਹ ਹੈ, ਉਹਦਾ ਜਿਹੜਾ ਮੁੱਢ ਹੈ, ਗੁਰੂ ਨਾਨਕ ਪਾਤਸ਼ਾਹ ਜੀ ਬੰਨ੍ਹਦੇ ਨੇ ਜੀ।
ਇਸੇ ਪ੍ਰਕਾਰ ਉਹ ਖਾਲਸੇ ਦੀ ਸਿਰਜਣਾ ਦੇ ਵਿੱਚ ਵੱਖ-ਵੱਖ ਗੁਰੂ ਸਾਹਿਬਾਨ ਆਪਣਾ ਯੋਗਦਾਨ ਵੀ ਪਾਉਂਦੇ ਨੇ। ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜੇ ਦੀ ਸਥਾਪਨਾ ਦੇ ਨਾਲ ਇਹ ਸਪਸ਼ਟ ਕਰ ਦਿੱਤਾ ਜੀ ਕਿ ਜਿੱਥੇ ਆਤਮਿਕ ਪੱਖ ਤੋਂ, ਮਾਨਸਿਕ ਪੱਖ ਤੋਂ ਸਾਨੂੰ ਰਿਸ਼ਟ ਪੁਸ਼ਟ ਵਿਅਕਤੀ ਹੈ ਜਾਂ ਸ਼ਖਸੀਅਤ ਦੀ ਲੋੜ ਹੈ, ਉੱਥੇ ਸਾਨੂੰ ਸਰੀਰਕ ਪੱਖ ਤੋਂ ਵੀ ਮਜ਼ਬੂਤ ਸਰੀਰਾਂ ਦੀ ਲੋੜ ਹੈ। ਬਿਲਕੁਲ, ਮੈਂ ਸਮਝਦਾ ਜਿਹੜੀ ਅੱਗੇ ਚੱਲ ਕੇ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਮੇਰੀ ਪੀਰੀ ਦੇ ਸੰਕਲਪ ਨੂੰ ਉਜਾਗਰ ਕੀਤਾ ਸੀ, ਉਹਦੀ ਇੱਕ ਢੰਗ ਦੀ ਨੀਂਹ ਜਿਹੜੀ ਹੈ ਖਡੂਰ ਸਾਹਿਬ ਦੀ ਧਰਤੀ ਤੋਂ ਸਾਨੂੰ ਪ੍ਰਾਪਤ ਹੁੰਦੀ ਹੈ, ਜਿੱਥੇ ਜਵਾਨੀ ਨੂੰ ਵੀ ਸੰਭਾਲਿਆ ਜਾਂਦਾ ਸੀ। ਕਸਰਤਾਂ ਜੀ ਇਹ ਨੌਜਵਾਨਾਂ ਦੇ ਲਈ ਪ੍ਰੇਰਨਾ ਅੱਜ ਦੇ ਸਮੇਂ ਦੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਦੀ ਧਰਤੀ ਤੇ ਮੱਲ ਅਖਾੜੇ ਦੇ ਸਥਾਪਨ ਦੇ ਨਾਲ ਨੌਜਵਾਨਾਂ ਨੂੰ ਪ੍ਰੇਰਿਆ ਜੀ ਕਿ ਆਓ ਅਖਾੜੇ ਦੇ ਅੰਦਰ, ਉੱਥੇ ਆ ਕੇ ਆਪਣੇ ਜੋਹਰ ਦਿਖਾਓ, ਉੱਥੇ ਆ ਕੇ ਆਪਣਾ ਜ਼ੋਰ ਦਿਖਾਓ ਕਿ ਤੁਹਾਡੇ ਪਾਸ ਕਿੰਨੀ ਮਜ਼ਬੂਤੀ ਹੈ। ਆਪਣੀ ਮਜ਼ਬੂਤੀ, ਆਪਣੀ ਬਹਾਦਰੀ, ਆਪਣੀ ਸੂਰਬੀਰਤਾ ਜੋ ਅਖਾੜੇ ਦੇ ਅੰਦਰ ਦਿਖਾਈ ਜਾਵੇ। ਬਿਲਕੁਲ, ਸਰੀਰਕ ਪੱਖ ਤੋਂ ਵੀ ਉਹਨਾਂ ਦਾ ਰਿਸ਼ਟ ਪੁਸ਼ਟ ਹੋਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ। ਕਿਉਂਕਿ ਜਦੋਂ ਤੁਸੀਂ ਵੱਡੇ ਨਿਜ਼ਾਮ ਦੇ ਨਾਲ ਟੱਕਰ ਲੈਣੀ ਹੋਵੇ, ਉਸ ਨਿਜ਼ਾਮ ਦੇ ਨਾਲ ਟੱਕਰ ਲੈਣ ਦੇ ਵਾਸਤੇ ਤੁਹਾਨੂੰ ਬਹੁਤ ਵੱਡੀ ਤਿਆਰੀ ਦੀ ਲੋੜ ਪੈਂਦੀ ਹੈ। ਉਹ ਤਿਆਰੀ ਜਿਸ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਹਰ ਇੱਕ ਪੱਖ ਤੋਂ ਮਜ਼ਬੂਤ ਕਰੋ। ਬਿਲਕੁਲ, ਇਹ ਮਜ਼ਬੂਤੀ ਜਿਹੜੀ ਹੈ ਆ ਫਿਰ ਖੀਰ ਦੇ ਵਿੱਚ ਵੀ ਘਿਓ ਪਾ ਕੇ ਮਾਤਾ ਜੀ ਵੱਲੋਂ ਛਕਾਇਆ ਜਾਣਾ, ਇਹ ਵੀ ਇੱਕ ਸਾਡੀ ਤੰਦਰੁਸਤੀ ਦੀ ਨਿਸ਼ਾਨੀ ਕਿ ਰਸ ਅੰਮ੍ਰਿਤ ਖੀਰ ਘਿਆਲੀ। ਸੋ ਵਧੀਆ ਖੁਰਾਕ ਜਿਹੜੀ ਹੈ, ਜਿਸ ਬਹੁਤੀ ਸ਼ੌਂਕ ਕਰਾਲੀ, ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਇੱਕ ਚੰਗੀ ਖੁਰਾਕ, ਵਧੀਆ ਖੁਰਾਕ ਜਿਹਦੇ 'ਚ ਪੂਰੇ ਤੱਤ ਹੋਣ, ਤੇ ਕਿਉਂਕਿ ਜੇ ਜ਼ੋਰ ਅਜਮਾਈ ਸਰੀਰ ਨੂੰ ਚਾਹੀਦਾ ਵਾ ਤੇ ਫਿਰ ਨਾਲ ਉਹਦੇ ਖੁਰਾਕ ਵੀ ਵਧੀਆ ਚਾਹੀਦੀ ਹੈ। ਸੋ ਇਹ ਦੋਨੋਂ ਹੀ ਸਾਨੂੰ ਜਿਹੜੀਆਂ ਸਿੱਖਿਆਵਾਂ ਨੇ ਇਹ ਖਡੂਰ ਸਾਹਿਬ ਦੀ ਧਰਤੀ ਸਾਨੂੰ ਦੇ ਰਹੀ ਹੈ। ਜੀ ਹਾਂਜੀ, ਬਿਲਕੁਲ, ਖਡੂਰ ਸਾਹਿਬ ਦੀ ਧਰਤੀ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਪ੍ਰੇਰਨਾ ਲੈਣੀ ਹੋਵੇ, ਸਾਨੂੰ ਪ੍ਰੇਰਨਾ ਦੇ ਰਹੀ ਹੈ ਜੀ ਕਿ ਸਾਨੂੰ ਆਪਣੀ ਖੁਰਾਕ ਦੀ ਨਿਰੋਲਤਾ ਅਤੇ ਆਪਣੇ ਸਰੀਰ ਦੀ ਰਿਸ਼ਟ ਪੁਸ਼ਟਤਾ ਵੱਲ ਧਿਆਨ ਦੇਣ ਦੀ ਲੋੜ ਹੈ। ਜੀ ਅਸੀਂ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਵੀ ਮਜ਼ਬੂਤ ਬਣਾਈਏ। ਗੁਰਬਾਣੀ ਸਾਡੇ ਪਾਸ ਹੈ। ਮੈਂ ਸਮਝਦਾ ਜ਼ਿਕਰ ਕਰਨਾ ਬਣਦਾ ਕਿ ਅੱਜ ਦੇ ਸਮੇਂ ਵਿੱਚ ਜਦ ਭਿਆਨਕ ਮਹਾਮਾਰੀ ਫੈਲੀ ਹੈ, ਅਜਿਹੇ ਸਮੇਂ ਦੇ ਵਿੱਚ ਸਾਨੂੰ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਨੇ ਖੁਰਾਕ ਵੱਲ ਅਤੇ ਸਰੀਰ ਦੀ ਤੰਦਰੁਸਤੀ ਵੱਲ ਜੀ ਪੂਰਾ ਧਿਆਨ ਦਿੱਤਾ ਤੇ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਲੈਣ ਦੀ ਪ੍ਰੇਰਨਾ ਦਿੱਤੀ। ਬਿਲਕੁਲ, ਕਿ ਅਸੀਂ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀਏ। ਸਾਡੀ ਜਿਹੜੀ ਰੂਹ ਹੈ, ਸਾਡੀ ਜਿਹੜੀ ਮਾਨਸਿਕਤਾ ਹੈ, ਇਹ ਕਮਜ਼ੋਰ ਨਾ ਹੋਵੇ। ਗੁਰਬਾਣੀ ਸਾਨੂੰ ਮਜ਼ਬੂਤ ਬਣਾਉਂਦੀ ਹੈ ਅੰਦਰੋਂ, ਤੇ ਸਰੀਰਕ ਪੱਖ ਤੋਂ ਕੀਤੀ ਕਸਰਤ ਸਾਨੂੰ ਬਣਾਉਂਦੀ ਹੈ। ਬਿਲਕੁਲ, ਇਸ ਤਰੀਕੇ ਦੇ ਨਾਲ ਮੱਲ ਅਖਾੜਾ, ਗੁਰਦੁਆਰਾ ਮੱਲ ਅਖਾੜਾ ਸਾਹਿਬ ਅੱਜ ਖਡੂਰ ਸਾਹਿਬ ਦੀ ਧਰਤੀ ਤੇ ਜੋ ਸੁਸ਼ੋਭਿਤ ਹੈ, ਜੋ ਮੱਲ ਅਖਾੜੇ ਦੀ ਸਥਾਪਨਾ ਅਤੇ ਉਸ ਦੇ ਸਿਧਾਂਤ, ਉਸ ਦੇ ਸੰਕਲਪ ਦੇ ਵੱਲ ਇਸ਼ਾਰਾ ਕਰਦਾ ਹੈ। ਬਿਲਕੁਲ, ਮਨ ਧਨ ਭਏ ਰੋਗਾ, ਇਹ ਜਿਹੜਾ ਮਨ ਤੇ ਤਨ ਦੋਨਾਂ ਨੂੰ ਅਰੋਗ ਕਰਨ ਦਾ ਜਿਹੜਾ ਸੰਕਲਪ ਸੀਗਾ ਗੁਰੂ ਸਾਹਿਬ ਜੀ ਦਾ, ਉਹ ਵੀ ਉਹਦੀ ਇੱਕ ਹੋਰ ਪ੍ਰੈਕਟੀਕਲ ਸਰੂਪ ਜਿਹੜਾ ਸਾਨੂੰ ਇੱਥੇ ਪ੍ਰਾਪਤ ਹੁੰਦਾ ਹੈ ਗੁਰੂ ਅੰਗਦ ਸਾਹਿਬ ਜੀ ਦੇ ਪਿੱਤਰ ਇਤਿਹਾਸ ਤੋਂ। ਜੀ ਜੀ ਭਾਈ ਸਾਹਿਬ, ਖਡੂਰ ਸਾਹਿਬ ਦੀ ਧਰਤੀ ਹਰ ਚੀਜ਼ ਨੂੰ ਸੰਸਥਾਗਤ ਰੂਪ ਦੇ ਵਿੱਚ ਦੇ ਰਹੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸਿਧਾਂਤ ਦਿੰਦੇ ਨੇ, ਬੀਜ, ਅਤੇ ਉਸ ਬੀਜ ਨੂੰ ਅਭਿਆਸ ਦੇ ਵਿੱਚ ਲਿਆ ਕੇ ਸੰਸਥਾਗਤ ਨੂੰ ਦੇਣਾ, ਲੁਕਾਈ ਨੂੰ ਦੇਣਾ, ਸੰਗਤ ਨੂੰ ਦੇਣਾ, ਇਹ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੀ ਧਰਤੀ ਤੇ ਬਖੂਬੀ ਨਿਭਾ ਰਹੇ ਨੇ, ਇੱਥੇ ਕਾਰਜ ਕਰ ਰਹੇ ਨੇ। ਜੀ ਜੀ ਬਿਲਕੁਲ। ਇਸ ਤੋਂ ਬਾਅਦ ਖਡੂਰ ਸਾਹਿਬ ਦੀ ਧਰਤੀ ਤੇ ਬਾਦਸ਼ਾਹ ਹੁਮਾਯੂੰ ਦਾ ਆਉਣਾ ਇੱਕ ਬਹੁਤ ਵੱਡੀ ਘਟਨਾ ਹੈ।
ਮੈਂ ਚਾਹੁੰਦਾ ਉਸ ਘਟਨਾ ਦਾ ਵਰਣਨ ਕੀਤਾ ਜਾਵੇ। ਹਾਂ, ਨਹੀਂ ਬਿਲਕੁਲ, ਇਹ ਬੜੀ ਵਧੀਆ ਇੱਕ ਸਾਖੀ ਵੀ ਹੈ ਸਾਡੇ ਵਾਸਤੇ ਤੇ ਬੜਾ ਵਧੀਆ ਗਿਆਨ ਵੀ ਹੈ ਇਹਦੇ ਵਿੱਚ। ਜੀ ਭਾਈ ਸਾਹਿਬ। ਉਹ ਘਟਨਾ ਇਸ ਤਰੀਕੇ ਦੇ ਨਾਲ ਹੈ ਕਿ ਹਮਾਯੂ ਦਾ ਜਦ ਸ਼ੇਰਸ਼ਾਹ ਸੂਰੀ ਦੇ ਨਾਲ ਟਾਕਰਾ ਹੁੰਦਾ ਹੈ, ਉਸ ਟਾਕਰੇ ਦੇ ਵਿੱਚ ਹਮਾਯੂ ਨੂੰ ਸ਼ੇਰਸ਼ਾਹ ਸੂਰੀ ਹਾਰ ਦਿੰਦਾ। ਹੁਣ ਹਮਾਯੂ ਹਾਰ ਚੁੱਕਾ ਹੈ ਤੇ ਸ਼ਾਹੀ ਫੌਜ ਦੇ ਨਾਲ ਪੰਜਾਬ ਦੀ ਧਰਤੀ ਵੱਲ ਨੂੰ ਆ ਗਿਆ ਜੀ। ਉਹਨੂੰ ਪਤਾ ਲੱਗਦਾ ਹੈ ਕਿ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਫਕੀਰ ਦੀ ਥਾਂ ਤੇ ਕੋਈ ਗੁਰੂ ਅੰਗਦ ਦੇਵ ਮੌਜੂਦ ਨਹੀਂ ਜੀ। ਉਹ ਖਡੂਰ ਸਾਹਿਬ ਪਹੁੰਚਦਾ। ਹੁਣ ਇੱਥੇ ਇੱਕ ਬੜੀ ਦਿਲਚਸਪ ਘਟਨਾ ਜਿਹੜੀ ਵਾਪਰਦੀ ਹੈ ਉਹ ਇਸ ਤਰੀਕੇ ਦੇ ਨਾਲ ਹੈ, ਉੱਥੋਂ ਪ੍ਰੇਰਨਾ ਵੀ ਮਿਲਦੀ ਹੈ ਤੇ ਬਾਦਸ਼ਾਹ ਨੂੰ ਜਵਾਬ ਵੀ ਮਿਲਦਾ ਹੈ। ਬਿਲਕੁਲ। ਗੁਰੂ ਅੰਗਦ ਦੇਵ ਜੀ ਵਿਦਿਆਰਥੀਆਂ ਦੇ ਨਾਲ ਆਪਣੇ ਕਾਰਜ ਦੇ ਵਿੱਚ ਮਗਨ ਨੇ। ਹੁਣ ਬਾਦਸ਼ਾਹ ਦੀ ਜੋ ਤਰਬੀਅਤ ਹੋਈ ਹੈ ਜਾਂ ਉਹਦੀ ਇੱਕ ਮਾਨਸਿਕਤਾ, ਉਹਦੀ ਮਾਨਸਿਕਤਾ ਦੇ ਵਿੱਚ ਆਪਣਾ ਸਵਾਗਤ ਕਰਾਉਣਾ ਜਾਂ ਆਪਣੇ ਆਪ ਨੂੰ ਵਿਸ਼ੇਸ਼ ਰੱਖਣਾ ਹਮੇਸ਼ਾ ਰਹਿੰਦਾ ਜੀ। ਬਾਦਸ਼ਾਹ ਗੁਰੂ ਅੰਗਦ ਦੇਵ ਜੀ ਪਾਸ ਆਉਂਦਾ ਹੈ ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਬੱਚਿਆਂ ਦੇ ਨਾਲ ਉਹਨਾਂ ਨੂੰ ਪੜ੍ਹਾ ਰਹੇ ਨੇ ਤੇ ਉਹਨਾਂ ਦੇ ਕਾਰਜ ਦੇ ਵਿੱਚ ਲੱਗੇ ਹੋਏ ਨੇ। ਉਹਨਾਂ ਨੇ ਬਾਦਸ਼ਾਹ ਦੇ ਵੱਲ ਕੋਈ ਧਿਆਨ ਨਾ ਦਿੱਤਾ ਜੀ। ਬਾਦਸ਼ਾਹ ਖੜਾ ਹੈ, ਉਹਦੇ ਮਨ ਦੇ ਵਿੱਚ ਖਿਆਲ ਆਉਂਦਾ ਕਿ ਮੈਂ ਜਾਵਾਂਗਾ ਤੇ ਮੇਰੇ ਲਈ ਕੋਈ ਅਚੇਤ ਸਵਾਗਤ ਹੋਵੇਗਾ। ਤੇ ਗੁਰੂ ਅੰਗਦ ਦੇਵ ਜੀ ਬੱਚਿਆਂ ਦੇ ਨਾਲ ਕੋਈ ਧਿਆਨ ਨਾ ਦਿੱਤਾ ਤੇ ਬਾਦਸ਼ਾਹ ਨੂੰ ਬੜਾ ਗੁੱਸਾ ਆਇਆ। ਹਮਾਯੂ ਨੂੰ ਗੁੱਸਾ ਆਇਆ ਤੇ ਹਮਾਯੂ ਦਾ ਹੱਥ ਆਪਣੀ ਤਲਵਾਰ ਤੇ ਗਿਆ, ਤਲਵਾਰ ਤੇ ਗਿਆ ਤੇ ਗੁਰੂ ਸਾਹਿਬ ਨੇ ਉਸੇ ਵੇਲੇ ਹੀ ਬਚਨ ਕਹੇ, ਇਹ ਤੇਰੀ ਤਲਵਾਰ ਉਸ ਵੇਲੇ ਕਿੱਥੇ ਗਈ ਸੀ ਜਦ ਤੂੰ ਜੰਗ ਦੇ ਮੈਦਾਨ ਦੇ ਵਿੱਚ ਸ਼ੇਰਸ਼ਾਹ ਸੂਰੀ ਦਾ ਟਾਕਰਾ ਕਰ ਰਿਹਾ। ਉਦੋਂ ਇਹ ਮੈਦਾਨ ਦੇ ਵਿੱਚ ਕਿਵੇਂ ਰਹੇ? ਦੇਖੋ, ਇੱਕ ਬਚਨ ਦੇ ਨਾਲ ਗੁਰੂ ਸਾਹਿਬ ਨੇ ਉਹਦੇ ਕਵਾੜ ਖੋਲ ਕੇ ਰੱਖ ਦਿੱਤੇ ਕਿ ਸਮੇਂ ਅਤੇ ਸਥਾਨ ਦੇ ਅਨੁਸਾਰ ਹੀ ਕਾਰਜ ਕੀਤੇ ਜਾਂਦੇ ਨੇ। ਤੇ ਤਲਵਾਰ ਜੰਗ ਦੇ ਵਿੱਚ ਜੂਝਣ ਲਈ ਹੈ, ਇਹ ਮਜਲੂਮਾਂ ਤੇ ਵਾਰ ਕਰਨ ਦੇ ਲਈ ਨਹੀਂ। ਤੇ ਗੁਰੂ ਅੰਗਦ ਦੇਵ ਜੀ ਦਾ ਬੇਖੌਫ ਹੋਣਾ ਸਾਨੂੰ ਦਰਸਾਉਂਦਾ ਹੈ ਕਿ ਗੁਰੂ ਨਾਨਕ ਦੇ ਘਰ ਨੇ ਕਿਤੇ ਕਿਸੇ ਦਾ ਖੌਫ, ਕਿਸੇ ਦਾ ਡਰ ਅਤੇ ਭੈ ਨਹੀਂ ਆ। ਹਮਾਯੂ ਦੇ ਵਿੱਚ ਆਪਣੇ ਬਾਦਸ਼ਾਹ ਹੋਣ ਦਾ ਤੇ ਆਪਣੀ ਤਾਕਤ ਹੰਕਾਰ ਹੈ ਜੀ, ਪਰ ਗੁਰੂ ਸਾਹਿਬ ਦੇ ਵਿੱਚ ਪ੍ਰਭੂ ਦੀ ਭਗਤੀ ਅਤੇ ਉਹਨਾਂ ਦੇ ਅੰਦਰ ਦੀ ਅਡੋਲਤਾ ਹੈ। ਉਹ ਅਡੋਲਤਾ ਅੱਜ ਦੇ ਸਮੇਂ ਦੇ ਵਿੱਚ ਸਾਡੇ ਲਈ ਹੈ ਕਿ ਆਪਣੇ ਹਿਰਦੇ ਨੂੰ ਇਸ ਤਰੀਕੇ ਦੇ ਨਾਲ ਮਜ਼ਬੂਤ ਰੱਖੀਏ ਕਿ ਸੰਸਾਰ ਦੀ ਕੋਈ ਵੀ ਸ਼ਕਤੀ ਸਾਨੂੰ ਸਾਡੇ ਇਰਾਦੇ ਤੋਂ, ਸਾਡੇ ਭਰੋਸੇ ਤੋਂ ਅਤੇ ਸਾਡੇ ਵਿਸ਼ਵਾਸ ਤੋਂ ਡਲਾ ਨਾ ਸਕੇ। ਬਿਲਕੁਲ। ਤੇ ਇਸ ਤਰੀਕੇ ਦੇ ਨਾਲ ਹਮਾਯੂ ਇਸ ਧਰਤੀ ਤੇ ਅੱਗੇ ਨਿਭ ਕੇ ਜਾਂਦਾ। ਇਹ ਖਡੂਰ ਸਾਹਿਬ ਦੀ ਧਰਤੀ ਤੇ ਹੋਇਆ ਕਿ ਹਮਾਯੂ ਨੂੰ ਇੱਥੇ ਆ ਕੇ ਨਿਭਣਾ ਪਿਆ। ਨਾਲੇ ਇਹ ਸਾਨੂੰ ਇਸ ਗੱਲ ਦਾ ਵੀ ਅਹਿਸਾਸ ਦਿਵਾਉਂਦਾ ਕਿ ਜਦੋਂ ਕੋਈ ਦਾਤ ਪ੍ਰਾਪਤ ਕਰਨੀ ਹੋਏ ਨਾ ਤੇ ਫਿਰ ਉੱਥੇ ਹੰਕਾਰੀ ਬਣ ਕੇ ਨਹੀਂ ਜਾ, ਉੱਥੇ ਤਾਂ ਫਿਰ ਦਾਸਾ ਭਾਵ ਦੇ ਵਿੱਚ ਮਨ ਦੀ ਜਿਹੜੀ ਨਿਰਮਾਣਤਾ ਉਹ ਜ਼ਰੂਰੀ ਹੈ। ਜੇ ਅੱਜ ਕਿਸੇ ਨੂੰ ਕੋਈ ਰਾਜ ਭਾਗ ਵੀ ਮਿਲਿਆ ਤੇ ਜੇ ਉਹ ਗੁਰੂ ਦੇ ਘਰ ਦੇ ਵਿੱਚ ਰਾਜ ਭਾਗ ਦਾ ਆਪਣਾ ਹੰਕਾਰ ਲੈ ਕੇ ਜਾਏਗਾ ਤੇ ਫਿਰ ਉੱਥੋਂ ਕੁਝ ਪ੍ਰਾਪਤ ਨਹੀਂ ਕਰ ਸਕਦਾ। ਸੋ ਗੁਰੂ ਸਾਹਿਬ ਨੇ ਇਸ ਗੱਲ ਦਾ ਅਹਿਸਾਸ ਦਿਵਾਇਆ ਕਿ ਆਇਆ ਤਾਂ ਤੂੰ ਕੁਝ ਲੈਣ ਤੇ ਕਰਦਾ ਤੂੰ ਐਵੇਂ ਆਪਣੇ ਆਪ ਨੂੰ ਦਰਸਾ ਰਿਹਾ ਕਿ ਜਿਵੇਂ ਤੂੰ ਕੁਛ ਇੱਥੇ ਵੀ ਜਿੱਥੇ ਕਿਰਪਾਨ ਕੱਢਣ ਦੀ ਲੋੜ ਸੀ ਉੱਥੋਂ ਤੋਂ ਤੂੰ ਭੱਜ ਆਇਆ ਤੇ ਇੱਥੇ ਆਣ ਕੇ ਹੁਣ ਤੂੰ ਆਪਣੀ ਫੋਕੀ ਚੌਧਰ ਜੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਇਹਦੇ ਨਾਲ ਕੁਝ ਨਹੀਂ ਪ੍ਰਾਪਤ ਹੋਣਾ। ਇੱਕ ਹੋਰ ਇੱਥੇ ਅਧਿਆਤਮ ਰੰਗ ਦਾ ਵੀ
ਸੰਕਲਪ ਸਾਡੇ ਸਾਹਮਣੇ ਆਉਂਦਾ ਹੈ ਕਿ ਗੁਰੂ ਅੰਗਦ ਸਾਹਿਬ ਜੀ ਦੇ ਨਜ਼ਦੀਕ ਖਲੋ ਕੇ ਜਿਹੜੇ ਉਹਦੇ ਪਾਪਾਂ ਦਾ ਨਾਸ ਹੋ ਰਿਹਾ ਸੀ, ਜਿਹੜਾ ਔਰਾ ਜਿਹਨੂੰ ਬੋਲਦੇ ਨੇ, ਸੋ ਉਹ ਸੌਰੇ ਦੇ ਵਿੱਚ ਖੜਾ ਸੀ, ਪਰ ਉਹਨੂੰ ਪਤਾ ਨਹੀਂ ਸੀ ਵੀ ਅਸਲ 'ਚ ਉਹਨੂੰ ਕੀ ਮਿਹਰ ਮਿਲਦੀ ਪਈ ਹੈ। ਹੋ ਸਕਦਾ ਜੇ ਹੋਰ ਥੋੜ੍ਹਾ ਜਿਹਾ ਸਮਾਂ ਉਵੇਂ ਸ਼ਾਂਤ ਚਿੱਤ ਖਲੋਤਾ ਰਹਿੰਦਾ ਤੇ ਉਹਨੂੰ, ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਵੀ ਜੇ ਨੀਵਾਂ ਹੋ ਕੇ ਆਉਂਦਾ ਤੇ ਹੁਣੇ ਹੀ ਤੈਨੂੰ ਰਾਜ ਭਾਗ ਦੇ ਦਿੰਦੇ। ਸੋ ਇਹ ਗੱਲ ਵੀ ਸਾਨੂੰ ਇੱਥੋਂ ਪ੍ਰਾਪਤ ਹੁੰਦੀ ਹੈ। ਜੀ ਭਾਈ ਸਾਹਿਬ ਜੀ। ਇਸ ਤਰੀਕੇ ਦੇ ਨਾਲ ਖਡੂਰ ਸਾਹਿਬ ਦੀ ਧਰਤੀ ਤੇ ਇਹ ਮਹਾਨ ਕਾਰਜ ਜੋ ਗੁਰੂ ਅੰਗਦ ਦੇਵ ਜੀ ਦੁਆਰਾ ਕੀਤੇ ਗਏ ਨੇ ਜੀ, ਇਹਨਾਂ ਕਾਰਜਾਂ ਦੀ ਥੋੜੀ ਜਿਹੀ ਨਿਰੰਤਰਤਾ ਬਾਰੇ ਮੈਂ ਦੱਸਣਾ ਚਾਹਾਂਗਾ ਜੀ। ਇਹ ਨਿਰੰਤਰਤਾ ਜੇ ਮੱਲ ਅਖਾੜੇ ਦੀ ਧਰਤੀ ਤੇ ਸਥਾਪਨਾ ਹੋਈ ਹੈ ਤੇ ਅੱਜ ਖਡੂਰ ਸਾਹਿਬ ਦੀ ਧਰਤੀ ਤੇ ਮੱਲ ਅੱਜ ਵੀ ਘੁਲਦੇ ਨੇ, ਅੱਜ ਵੀ ਅਖਾੜਾ ਉਸੇ ਪ੍ਰਕਾਰ ਹੈ ਜੀ। ਤੇ ਦੂਜੇ ਪਾਸੇ ਬਾਬਾ ਸੇਵਾ ਸਿੰਘ ਜੀ ਦੁਆਰਾ ਸਥਾਪਿਤ ਜੋ ਇੱਕ ਹਾਕੀ ਅਕੈਡਮੀ ਹੈ, ਜੋ ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ, ਉਹ ਖੇਡਾਂ ਦੇ ਖੇਤਰ ਦੇ ਵਿੱਚ ਆਪਣੀ ਬਹੁਤ ਵੱਡੀ ਜੋ ਭੂਮਿਕਾ ਹੈ ਉਹ ਨਿਭਾ ਰਹੀ ਹੈ। ਉਹ ਅਕੈਡਮੀ ਦੇ ਬਹੁਤ ਸਾਰੇ ਖਿਡਾਰੀ ਜੋ ਇੰਟਰਨੈਸ਼ਨਲ ਮੈਚ ਵੀ ਖੇਡ ਚੁੱਕੇ ਨੇ ਤੇ ਭਾਰਤੀ ਹਾਕੀ ਟੀਮ ਦੇ ਵਿੱਚ ਵੀ ਖੇਡ ਲਏ ਜੀ, ਬਿਲਕੁਲ। ਤੇ ਦੂਸਰੇ ਪਾਸੇ ਇੱਥੇ ਵਿਦਿਆ ਦੇ ਕਾਰਜ ਹੋਏ ਨੇ। ਗੁਰਮੁਖੀ ਲਿਪੀ ਇਸ ਧਰਤੀ ਤੇ ਤਿਆਰ ਹੋਈ ਤਾਂ ਵਿਦਿਆ ਦੇ ਕਾਰਜਾਂ ਦੀ ਨਿਰੰਤਰਤਾ ਅੱਜ ਖਡੂਰ ਸਾਹਿਬ ਦੀ ਧਰਤੀ ਐਜੂਕੇਸ਼ਨ ਦੀ ਹੱਬ ਬਣੀ ਹੋਈ ਹੈ। ਬਿਲਕੁਲ ਬਿਲਕੁਲ। ਦੋ ਵੱਡੇ ਹੱਬ ਬਣ ਗਏ ਜੀ। ਇਸ ਤੋਂ ਇਲਾਵਾ ਨਿਸ਼ਾਨੇ ਸਿੱਖੀ ਜੋ ਇਹ ਇਮਾਰਤ ਹੈ, ਇਹਦੇ ਵਿੱਚ ਵਿਦਿਆਰਥੀਆਂ ਦਾ ਦੂਰੋਂ ਦੂਰੋਂ ਆ ਕੇ ਵਿਦਿਆ ਹਾਸਲ ਕਰਨਾ ਸਾਡੀ ਪਾਠਸ਼ਾਲਾ ਦੀ ਮਜ਼ਬੂਤੀ ਦੀ ਨਿਸ਼ਾਨੀ ਹੈ ਤੇ ਸਮੇਂ ਦੀ ਬਹੁਤ ਵੱਡੀ ਲੋੜ ਹੈ। ਸੋ ਇਤਿਹਾਸ ਨੂੰ ਅੱਗੇ ਲੈ ਕੇ ਚੱਲਦੇ ਹਾਂ ਜੀ। ਬਿਲਕੁਲ, ਮੈਂ ਸਮਝਦਾ ਕਿ ਸਾਡੇ ਵਾਸਤੇ ਇੱਕ ਬੜੀ ਖੁਸ਼ਕਿਸਮਤੀ ਹੈ ਕਿ ਸਾਨੂੰ ਐਸੇ ਦੂਰ ਦ੍ਰਿਸ਼ਟੀ ਵਾਲੇ ਮਹਾਂਪੁਰਖ ਅਗਵਾਈ ਕਰਦੇ ਪਏ ਨੇ ਬਾਬਾ ਸੇਵਾ ਸਿੰਘ ਜੀ, ਕਿਉਂਕਿ ਨਿਸ਼ਾਨੇ ਸਿੱਖੀ ਦੀ ਸਥਾਪਨਾ ਤੇ ਉੱਥੇ ਜਿਸ ਢੰਗ ਦੇ ਨਾਲ ਪ੍ਰੋਫੈਸ਼ਨਲ ਕੋਰਸਿਸ ਦੀਆਂ ਤਿਆਰੀਆਂ, ਬਹੁਤ ਕੁਝ ਚੱਲਦਾ ਪਿਆ। ਆਪਾਂ ਅਕਸਰ ਕਈ ਵਾਰੀ ਉੱਥੇ ਜਾ ਕੇ ਵੀ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ। ਸੋ ਇਹ ਸਾਰਾ ਕੁਝ ਮੈਂ ਸਮਝਦਾ ਕਿ ਆਪਣੀ ਪਰੰਪਰਾ ਨੂੰ ਹੋਰ ਅੱਗੇ ਲੈ ਕੇ ਜਾਣ ਦਾ ਜਿਹੜਾ ਸਾਡਾ ਇੱਕ ਮਿਸ਼ਨ ਹੋਣਾ ਚਾਹੀਦਾ, ਉਹਦੀ ਬੜੀ ਬਾਖੂਬੀ ਉਹਦੀ ਪੂਰਤੀ ਜਿਹੜੀ ਹੈ ਇਸ ਧਰਤੀ ਤੇ ਹੋ ਰਹੀ ਹੈ। ਅੱਗੋਂ ਅਸੀਂ ਕੁਝ ਹੋਰ ਇਤਿਹਾਸਕ ਵੇਰਵੇ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕਰਦੇ ਹਾਂ ਜੀ। ਇਸ ਤੋਂ ਬਾਅਦ ਖਡੂਰ ਸਾਹਿਬ ਦੀ ਧਰਤੀ ਤੇ ਆਪਾਂ ਬਾਬੇ ਗੁਰੂ ਅਮਰਦਾਸ ਵੱਲ ਆਈਏ। ਗੁਰੂ ਅੰਗਦ ਦੇਵ ਜੀ ਦੀ ਸਿੱਖਿਆ ਦੇ ਵਿੱਚ ਬਾਬੇ ਅਮਰਦਾਸ ਦਾ ਆਉਣਾ ਅਤੇ ਬਖਸ਼ਿਸ਼ਾਂ ਹਾਸਲ ਕਰਨਾ, ਸੇਵਾ ਘਾਲਣੀ, ਉਹ ਖਡੂਰ ਸਾਹਿਬ ਦੀ ਧਰਤੀ ਤੇ 12 ਸਾਲ ਜੋ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ, ਉਹ ਕਠਨ ਘਾਲਣਾ ਉਹ ਖਡੂਰ ਸਾਹਿਬ ਦੀ ਧਰਤੀ ਤੇ ਘਾਲੀ ਗਈ। ਇੱਥੇ ਉਹਨਾਂ ਦਾ ਪਾਵਨ ਸਥਾਨ ਵੀ ਹੈ ਜਿੱਥੇ ਉਹਨਾਂ ਨੇ ਬੈਠ ਕੇ ਤਪੱਸਿਆ ਕਰੀ ਜੀ। ਇਹ ਖਡੂਰ ਸਾਹਿਬ ਦੀ ਧਰਤੀ ਹੀ ਸੀ ਜਿੱਥੇ ਗੁਰੂ ਅਮਰਦਾਸ ਜੀ ਨੇ ਸੇਵਾ ਕਰਕੇ ਦਾਤਾਂ ਨੂੰ ਹਾਸਲ ਕੀਤਾ। 12 ਸਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ। ਜਲ ਦੀ ਸੇਵਾ ਜੋ ਉਹਨਾਂ ਨੇ ਬਿਆਸਾ ਦਰਿਆ ਤੋਂ ਸਵੇਰੇ ਜਲ ਲਿਆ ਕੇ ਗੁਰੂ ਸਾਹਿਬ ਜੀ ਦਾ ਇਸ਼ਨਾਨ ਕਰਾਉਣਾ, ਤੇ ਉਹਨਾਂ ਦੀ ਅਵਸਥਾ ਵਿਧ ਅਵਸਥਾ ਹੈ, ਪਰ ਹਿਰਦੇ ਦੇ ਵਿੱਚ ਸੇਵਾ ਦੀ ਬੜੀ ਮਜ਼ਬੂਤ ਭਾਵਨਾ ਹੈ। ਉਸ ਮਜ਼ਬੂਤ ਭਾਵਨਾ ਦੇ ਨਾਲ ਉਹ ਇਹ ਖਡੂਰ ਸਾਹਿਬ ਦੀ ਧਰਤੀ ਤੇ ਵਿਚਰ ਰਹੇ ਨੇ ਤੇ ਸੇਵਾ ਕਮਾ ਰਹੇ ਨੇ। ਤੇ ਪ੍ਰੇਰਨਾ ਮਿਲਦੀ ਹੈ ਕਿ ਉਹਨਾਂ ਨੇ ਆਪਣੀ ਰਿਸ਼ਤੇਦਾਰੀ ਨੂੰ ਮੁੱਖ ਨਾ ਰੱਖਿਆ, ਉਹਨਾਂ ਨੇ ਆਪਣੇ ਗੁਰੂ ਦੇ ਰਿਸ਼ਤੇ ਨੂੰ ਮੁੱਖ ਰੱਖਿਆ। ਦੁਨਿਆਵੀ ਰਿਸ਼ਤੇਦਾਰੀ ਨੂੰ ਨਹੀਂ,
ਜਿਹੜੀ ਗੁਰੂ ਤੇ ਸਿੱਖ ਦਾ ਰਿਸ਼ਤਾ ਉਹਨੂੰ ਮੁੱਖ ਰੱਖਿਆ। ਵੇਖੋ ਜੇ ਕੁਝ ਪ੍ਰਾਪਤ ਕਰਨਾ ਹੋਇਆ ਜੀ, ਦੁਨਿਆਵੀ ਰਿਸ਼ਤੇਦਾਰੀ 'ਚ ਕੁੜਮਾਚਾਰੀ ਸੀ। ਦੁਨਿਆਵੀ ਰਿਸ਼ਤੇਦਾਰੀ ਤਾਂ ਹੰਕਾਰ ਵਾਲੀ ਸੀਗੀ ਨਾ, ਕਿਉਂਕਿ ਗੁਰੂ ਸਾਹਿਬ ਜੀ ਦੀ ਪੁੱਤਰੀ ਬੀਬੀ ਅਮਰੋ ਜੀ ਉਹ ਉਹਨਾਂ ਦੇ ਭਰਾ ਦੀ ਨੂੰਹ ਸੀ। ਸੋ ਕੁੜਮਾਚਾਰੀ ਸੀ ਦੁਨਿਆਵੀ ਤੌਰ ਦੇ ਉੱਤੇ, ਪਰ ਉਹਨਾਂ ਨੇ ਉਸ ਚੀਜ਼ ਨੂੰ ਆਪਣੇ ਇਸ ਰਿਸ਼ਤੇ ਦੇ ਵਿੱਚ ਨਹੀਂ ਆਉਣ ਦਿੱਤਾ ਹੈ। ਇੱਕ ਗੁਰੂ ਦਾ ਤਾਂ ਸਿੱਖ ਦਾ ਸੇਵਾਦਾਰ ਵਾਲਾ ਜਿਹੜਾ ਰਿਸ਼ਤਾ ਉਹ ਉਹਨਾਂ ਨੇ ਅਪਣਾਇਆ ਤੇ ਉਹਨਾਂ ਦੇ ਉੱਤੇ ਪੂਰਾ ਪਹਿਰਾ ਦਿੱਤਾ ਜੀ। ਇਸ ਤਰੀਕੇ ਦੇ ਨਾਲ ਗੁਰੂ ਅਮਰਦਾਸ ਜੀ ਦੁਆਰਾ ਇੱਥੇ ਘਾਲਣਾ ਘੱਲੀ ਗਈ ਇੱਕ ਘਟਨਾ ਹੈ ਗੁਰੂ ਅਮਰਦਾਸ ਜੀ ਦੀ ਜੀ। ਉਹ ਘਟਨਾ ਇਸ ਪ੍ਰਕਾਰ ਕਿ ਗੁਰੂ ਅਮਰਦਾਸ ਜੀ ਸੇਵਾ ਕਮਾ ਰਹੇ ਨੇ ਗੁਰੂ ਅੰਗਦ ਦੇਵ ਜੀ। ਸੇਵਾ ਦੇ ਦੌਰਾਨ ਇੱਕ ਦਿਨ ਦੀ ਘਟਨਾ ਕਿ ਬਹੁਤ ਜ਼ਿਆਦਾ ਮੀਂਹ ਜੋ ਝੱਖੜ ਹਨੇਰੀ ਆਈ ਹੈ, ਪਰ ਸੇਵਾ 'ਚ ਢਿੱਲ ਨਹੀਂ ਪੈਂਦੇ ਜੀ। ਗੁਰੂ ਅਮਰਦਾਸ ਜੀ ਜਿਵੇਂ ਪਹਿਲਾਂ ਦੀ ਤਰ੍ਹਾਂ ਹਜ਼ੂਰ ਸਾਹਿਬ ਤੋਂ ਨਿਕਲੇ ਨੇ ਤੇ ਬਿਆਸਾ ਦਰਿਆ ਤੋਂ ਜਲ ਲੈ ਕੇ ਆ ਰਹੇ ਨੇ। ਜ਼ਬਰਦਸਤ ਹਨੇਰੀ ਹੈ, ਫਿਰ ਵੀ ਹਿਰਦਾ ਅਡੋਲ ਹੈ ਤੇ ਸੇਵਾ ਦੇ ਲਈ ਯਤਨਸ਼ੀਲ ਹੈ ਜੀ। ਬਿਆਸ ਦਰਿਆ ਤੋਂ ਖਡੂਰ ਸਾਹਿਬ ਨੂੰ ਵਾਪਸ ਆਉਂਦੇ ਆ ਤੇ ਇੰਨੀ ਹਨੇਰੀ ਆ ਚੁੱਕੀ ਹੈ ਕਿ ਖਡੂਰ ਸਾਹਿਬ ਦੇ ਨੇੜੇ ਪਹੁੰਚੇ ਨੇ ਤੇ ਖਡੂਰ ਸਾਹਿਬ ਦੇ ਬਾਹਰ ਇੱਕ ਜਲਾਈ ਦੀ ਖੱਡੀ ਹੈ ਤੇ ਹੁਣ ਉਹ ਖੱਡੀ ਦੇ ਕੋਲ ਇੱਕ ਕਿੱਲਾ ਹੈ ਤੇ ਮੀਂਹ ਦੇ ਪਾਣੀ ਦੇ ਨਾਲ ਇੰਨੀ ਜਲਥਲ ਹੋਈ ਹੈ ਕਿ ਕੁਝ ਨਜ਼ਰੀ ਵੀ ਨਹੀਂ ਆ ਰਿਹਾ। ਜ਼ਬਰਦਸਤ ਹਨੇਰ ਝੁੱਲ ਰਿਹਾ ਹੈ। ਬਿਲਕੁਲ। ਤੇ ਉਸ ਹਨੇਰ ਦੇ ਵਿੱਚ ਗੁਰੂ ਅਮਰਦਾਸ ਜੀ ਜਲ ਲੈ ਕੇ ਆ ਰਹੇ, ਗਾਗਰ ਉਹਨਾਂ ਦੇ ਮੋਢੇ ਤੇ ਹੈ। ਜੋ ਖੱਡੀ ਕੋਲੇ ਗੁਰੂ ਅਮਰਦਾਸ ਜੀ ਪਹੁੰਚਦੇ ਨੇ ਤੇ ਖੱਡੀ ਕੋਲ ਪਹੁੰਚਦਿਆਂ ਉਹਨਾਂ ਦਾ ਪੈਰ ਉਸ ਕਿੱਲੇ ਨਾਲ ਅੜਕਦਾ ਜੋ ਜਲਾਏ ਦੀ ਖੱਡੀ ਕੋਲ ਲੱਗਾ। ਬਿਲਕੁਲ। ਤੇ ਉਹ ਖੱਡੀ ਦੇ ਕਿੱਲੇ ਦੇ ਨਾਲ ਜਦ ਪੈਰ ਉਹਨਾਂ ਦਾ ਅੜਕਿਆ ਤੇ ਗੁਰੂ ਅਮਰਦਾਸ ਜੀ ਥੋੜਾ ਜਿਹਾ ਡਿੱਗ ਪਏ। ਬਿਲਕੁਲ ਇਹ ਇਤਿਹਾਸ ਦੀ ਸਾਖੀ ਕਿ ਉਹਨਾਂ ਨੇ ਉਹ ਗਾਗਰ ਨੂੰ ਡਿੱਗਣ ਨਾ ਦਿੱਤਾ ਜਿਸ ਦੇ ਵਿੱਚ ਜਲ ਲੱਗਿਆ। ਖੜਾਕ ਹੋਇਆ ਤੇ ਜਲਾਈ ਨੇ ਕਿਹਾ ਬਾਹਰ ਕੋਈ ਡਿੱਗਿਆ ਲੱਗਦਾ, ਕੌਣ ਹੋ ਸਕਦਾ? ਤੇ ਜਲਾਹੀ ਦੇ ਬਚਨ ਸੀ ਕਿ ਕੌਣ ਹੋਵੇਗਾ ਜੋ ਪਾਣੀ ਧੋਂਦਾ ਹੈ ਅਮਰੂ ਨੂੰ ਖਾਵਾਂ ਹੀ ਹੋ। ਸੋ ਬਿਲਕੁਲ ਮੈਂ ਸਮਝਦਾ ਕਿ ਇਸ ਘਟਨਾ ਦੇ ਨਾਲ ਹੀ ਜਿਹੜਾ ਹੈ ਗੁਰੂ ਸਾਹਿਬ ਜੀ ਦੀ ਜਿਹੜੀ ਸੇਵਾ ਉਹ ਕਬੂਲ ਪੈਂਦੀ ਹੈ ਗੁਰੂ ਅੰਗਦ ਸਾਹਿਬ ਜੀ ਦੇ ਦਰ ਵਿਖੇ। ਇਸ ਘਟਨਾ ਤੋਂ ਬਾਅਦ ਗੁਰੂ ਸਾਹਿਬ ਨੂੰ 12 ਵਰ ਦਿੰਦੇ ਨੇ ਜੀ। ਉਹਨਾਂ ਨੂੰ ਨਥਾਵਿਆਂ ਦਾ ਥਾਂ ਕਹਿੰਦੇ ਨੇ, ਨਤਾਣਿਆਂ ਦਾ ਤਾਨ ਕਹਿੰਦੇ ਨੇ, ਨਿਮਾਣਿਆਂ ਦਾ ਮਾਣ ਕਹਿੰਦੇ ਨੇ। ਦੁਨੀਆ ਦੀ ਨਜ਼ਰ ਦੇ ਵਿੱਚ ਜੋ ਮਰਜ਼ੀ ਹੋਵੇ, ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚ ਪ੍ਰਵਾਨ ਚੜ੍ਹਨਾ ਹੀ ਸਿੱਖ ਦਾ ਜਿਹੜਾ ਉਹ ਲਕਸ਼ ਹੋਣਾ ਚਾਹੀਦਾ ਹੈ। ਇਹ ਸਾਨੂੰ ਗੁਰੂ ਅਮਰਦਾਸ ਜੀ ਨੇ ਸਮਝਾਇਆ। ਬਿਲਕੁਲ ਇਹ ਵੀ ਬੜਾ ਵੱਡਾ ਇੱਕ ਸਾਨੂੰ ਗਿਆਨ ਜਿਹੜਾ ਹੈ ਇਸ ਪਿੱਤਰ ਧਰਤੀ ਤੋਂ ਪ੍ਰਾਪਤ ਹੁੰਦਾ ਹੈ ਕਿ ਸੇਵਾ ਕਰਨ ਦੇ ਵਾਸਤੇ ਫਿਰ ਜਿਹੜਾ ਹੈ ਉਹ ਨਾ ਉੱਥੇ ਉਮਰ ਦਾ ਕੋਈ ਤਕਾਜ਼ਾ ਹੈ ਤੇ ਨਾ ਉੱਥੇ ਮੀਂਹ ਝੱਖੜ ਦਾ। ਸੇਵਾ ਜਿਹੜੀ ਉਹ ਸੇਵਾ ਹੈ। ਸੋ ਜਿਸ ਢੰਗ ਦੇ ਨਾਲ ਸੇਵਾ ਕਮਾਈ ਤੇ ਫਿਰ ਨਿਮਾਣਿਆਂ ਦੇ ਮਾਣ ਨੇ, ਤਾਣਿਆਂ ਦੇ ਤਾਣ ਨੇ, ਓਟਿਆਂ ਦੀ ਓਟ ਨੇ, ਆਸਰਿਆਂ ਦੇ ਆਸਰੇ ਨੇ, ਪੱਤਿਆਂ ਦੀ ਪੱਤ ਨੇ, ਗੱਤਿਆਂ ਦੀ ਗੱਤ ਨੇ, ਧਿਰਿਆਂ ਦੀ ਧਿਰ, ਐਸੇ ਬੇਅੰਤ ਵਰ ਪ੍ਰਾਪਤ ਕੀਤੇ ਤੇ ਅੱਗੋਂ ਪ੍ਰਗਟ ਹੁੰਦੇ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਪਿੱਤਰ ਧਰਤੀ ਤੇ। ਸੋ ਆਪਾਂ ਅੱਜ ਭਾਈ ਸਾਹਿਬ ਪਾਸੋਂ ਗੁਰ ਇਤਿਹਾਸ ਸਰਵਣ ਕੀਤਾ ਹੈ। ਗੁਰੂ ਅੰਗਦ ਸਾਹਿਬ ਜੀ ਦਾ ਪਿੱਛੇ ਆਪਾਂ ਪ੍ਰਕਾਸ਼ ਪੁਰਬ ਵੀ ਮਨਾਇਆ। ਸੋ ਅੱਜ ਖਡੂਰ ਸਾਹਿਬ ਦੀਆਂ ਜਿਹੜੀਆਂ ਇਤਿਹਾਸਕ ਘਟਨਾਵਾਂ ਨੇ ਤੇ ਉਹਨਾਂ ਨੂੰ ਅੱਜ ਦੇ ਪ੍ਰਪੇਖ ਦੇ ਵਿੱਚ ਵੀ ਆਪਾਂ ਤੱਕਿਆ। ਸੋ ਇੱਥੇ ਹੀ ਸੰਗਤ ਜੀ ਅੱਜ ਜੀ ਪਾਸੋਂ ਆਗਿਆ ਲਵਾਂਗੇ। ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।